ਇਹ ਪਹਿਲੀ ਵਾਰ ਨਹੀਂ ਸੀ कि स्वीटी ते भाने दोवां ने रल मिल के किसी मामले विच दादी प्रसन्न कौर दा जीना मुश्किल कर दिता। पर इस वार वखरी गल इह सी कि छोटी जही उम्र वाला जगराज भी अपने मां प्यो नाल रलिया होया सी। ਇਹ ਕਿਹੜਾ ਪੱਕੇ ਤੌਰ ਤੇ ਹੀ ਪੈਸੇ ਵਾਪਸ ਮੰਗਣ ਲਈ ਕਹਿ ਰਹੇ ਨੇ। ਇਹਨਾਂ ਨੂੰ ਲੋੜ ਆ ਇਸ ਵੇਲੇ ਤਾਂ ਹੀ ਉਧਾਰ ਦੇ ਤੌਰ ਤੇ ਹੀ ਮੰਗ ਰਹੇ ਨੇ। ਹੁਣ ਤਾਂ ਸੁਖਵੰਤ ਕੌਰ ਵੀ ਭਾਨੇ ਤੇ ਸਵੀਟੀ ਦੀ ਬੋਲੀ ਬੋਲਣੀ ਸ਼ੁਰੂ ਕਰ ਦਿੱਤੀ ਸੀ। ਮੰਮੀ ਬਿਲਕੁਲ ਸਹੀ ਕਹਿ ਰਹੀ ਆ। ਮਿੰਦੀ ਦੇ ਵਿਆਹ ਉੱਤੇ ਭਾਵੇਂ ਸਾਡੇ ਕੋਲੋਂ 2 ਲੱਖ ਲੈ ਕੇ ਆਪਣੀ ਦੋਤੀ ਨੂੰ ਦੇ ਦਵੀਂ, ਭਾਨਾ ਕਿਸੇ ਵੀ ਤਰੀਕੇ ਆਪਣੀ ਦਾਦੀ ਨੂੰ ਜਾਲ ਵਿੱਚ ਫਸਾਉਣਾ ਚਾਹੁੰਦਾ ਸੀ। ਅਗਲੀ ਦਾ ਕੀ ਪਤਾ ਵਿਆਹ ਹੋਣਾ ਵੀ ਆ ਕਿ ਨਹੀਂ ਹੋਣਾ। ਸਵੀਟੀ ਨੇ ਪਤਾ ਨਹੀਂ ਕਿੰਨੀ ਕੁ ਵਾਰ ਇਹੋ ਜਿਹੀਆਂ ਕਈ ਗੱਲਾਂ ਕਹਿ ਕੇ ਦਾਦੀ ਪ੍ਰਸੰਨ ਕੌਰ ਦਾ ਕਲੇਜਾ ਚੀਰ ਦਿੱਤਾ ਸੀ। ਬੀਬੀ ਗੱਡੀ ਦਾ ਸਭ ਤੋਂ ਵੱਧ ਫਾਇਦਾ ਵੀ ਤਾਂ ਤੁਹਾਨੂੰ ਹੀ ਹੋਣਾ ਏ। ਮਜ਼ੇ ਨਾਲ ਬਹਿ ਕੇ ਪੈਨਸ਼ਨ ਲੈਣ ਜਾਇਆ ਕਰੇਂਗੀ। ਜਦੋਂ ਕਦੇ ਵੀ ਕਿਸੇ ਪ੍ਰੋਗਰਾਮ ਉੱਤੇ ਜਾਂਦੇ ਹਾਂ ਤਾਂ ਭੂਆ ਮਿੰਦੀ ਹੋਰੀ ਅਤੇ ਚਾਚੀ ਰਾਣੇ ਹੋਰੀ ਮਜ਼ੇ ਨਾਲ ਆਪੋ ਆਪਣੀ ਕਾਰਾਂ ਉੱਤੇ ਚੜ੍ਹ ਕੇ ਜਾਂਦੇ ਨੇ ਤੇ ਪਾਪਾ ਵਿਚਾਰੇ ਕਿਸੇ ਨਾ ਕਿਸੇ ਦੀ ਗੱਡੀ ਮੰਗਦੇ ਰਹਿੰਦੇ ਨੇ। ਜਗਰਾਜ ਦੇ ਮੂੰਹੋਂ ਨਿਕਲੀਆਂ ਇਹ ਗੱਲਾਂ ਉਸ ਦੀ ਉਮਰ ਤੋਂ ਕਿਤੇ ਜ਼ਿਆਦਾ ਸਿਆਣੀਆਂ ਲੱਗ ਰਹੀਆਂ ਸਨ। ਲੱਗਦੀਆਂ ਵੀ ਕਿਉਂ ਨਾ, ਉਹਨੇ ਵੀ ਤਾਂ ਉਹੀ ਕੁਝ ਬੋਲਣਾ ਸੀ ਜੋ ਕੁਝ ਉਸ ਨੂੰ ਉਸ ਦੀ ਮਾਂ ਸਵੀਟੀ ਨੇ ਸਿਖਾਇਆ ਸੀ। ਹਫ਼ਤੇ ਕੋ ਵਿੱਚ ਹੀ ਇਹੋ ਜਿਹੇ ਤਾਨੇ ਮਿਹਣੇ ਸੁਣ ਕੇ ਪ੍ਰਸੰਨ ਕੌਰ ਦੀ ਸਿਹਤ ਦਾ ਬੁਰਾ ਹਾਲ ਹੋ ਗਿਆ ਸੀ। ਪਰ ਫਿਰ ਵੀ ਉਸਨੇ ਹਾਰ ਨਹੀਂ ਸੀ ਮੰਨੀ ਤੇ ਸਾਫ਼ ਕਹਿ ਦਿੱਤਾ ਸੀ ਕਿ ਕਿਸੇ ਵੀ ਕੀਮਤ ਉੱਤੇ ਉਹ ਆਪਣੀ ਧੀ ਨੂੰ ਦੋਤੀ ਦੇ ਵਿਆਹ ਲਈ ਦਿੱਤੇ ਪੈਸੇ ਵਾਪਸ ਨਹੀਂ ਮੰਗੇਗੀ। ਪ੍ਰਸੰਨ ਕੌਰ ਨੂੰ ਸਵੀਟੀ ਹੋਰੀ ਮਾਨਸਿਕ ਤੌਰ ਤੇ ਇੰਨਾ ਕੋ ਪਰੇਸ਼ਾਨ ਕਰਨਾ ਚਾਹੁੰਦੇ ਸਨ ਕਿ ਉਹ ਵਾਰ-ਵਾਰ ਤਰਲੇ ਮਾਰਨ ਉੱਤੇ ਵੀ ਉਸਦੀ ਪ੍ਰਸੰਨ ਕੌਰ ਗੱਲ ਦੀਸ਼ ਕੌਰ ਜਾਂ ਮਿੰਦੀ ਨਾਲ ਨਹੀਂ ਸੀ ਕਰਵਾ ਰਹੇ। ਪਾਣੀ ਸਿਰ ਤੋਂ ਲੰਘਦਾ ਵੇਖ ਕੇ ਇੱਕ ਦਿਨ ਪ੍ਰਸੰਨ ਕੌਰ ਚੋਰੀ ਜਿਹੀ ਗੁਆਂਢੀਆਂ ਦੀ ਨੂੰਹ ਦੇ ਫੋਨ ਤੋਂ ਆਪਣੀ ਧੀ ਨਾਲ ਗੱਲ ਕੀਤੀ ਤੇ ਮਿਲਣ ਆਉਣ ਲਈ ਕਿਹਾ। ਇਹ ਵੀ ਪਰਮਾਤਮਾ ਦੀ ਮਿਹਰਬਾਨੀ ਸੀ ਕਿ ਗਵਾਂਢਣ ਦੀ ਮਿੰਦੀ ਨਾਲ ਬਣਦੀ ਸੀ ਤੇ ਉਸਨੇ ਇਸ ਬਾਰੇ ਸਵੀਟੀ ਹੋਰਾਂ ਨਾਲ ਕੋਈ ਗੱਲ ਨਾ ਕੀਤੀ, ਨਹੀਂ ਤਾਂ ਸਾਰੇ ਟੱਬਰ ਨੇ ਪ੍ਰਸੰਨ ਕੌਰ ਦਾ ਬੁਰਾ ਹਾਲ ਕਰਨਾ ਸੀ। ਉਧਰ ਮਿੰਦੀ ਤੇ ਦੀਸ਼ ਕੌਰ ਗਵਾਂਢਣ ਕੋਲੋਂ ਫੋਨ ਕਰਵਾਉਣ ਤੋਂ ਹੀ ਸਮਝ ਗਈਆਂ ਸੀ ਕਿ ਦਾਲ ਵਿੱਚ ਜ਼ਰੂਰ ਕੁਝ ਕਾਲਾ ਏ। ਇਸ ਲਈ ਉਹ ਦੋਵੇਂ ਅਗਲੇ ਦਿਨ ਹੀ ਪ੍ਰਸੰਨ ਕੌਰ ਨੂੰ ਮਿਲਣ ਪਹੁੰਚ ਗਈਆਂ। ਉਸ ਦਾ ਹਾਲ ਵੇਖ ਕੇ ਬੜੀਆਂ ਚਿੰਤਿਤ ਹੋਈਆਂ। ਧੀ ਦੋਤੀ ਤੇ ਬੜਾ ਜ਼ੋਰ ਲਾਉਣ ਤੇ ਵੀ ਪ੍ਰਸੰਨ ਕੌਰ ਨੇ ਆਪਣੇ ਦਿਲ ਦਾ ਗੁਬਾਰ ਉਹਨਾਂ ਦੇ ਸਾਹਮਣੇ ਨਾ ਕੱਢਿਆ। ਉਹ ਦੋਵੇਂ ਤਾਂ ਇੰਨੀਆਂ ਮਜਬੂਰ ਸਨ ਕਿ ਭਾਨੇ ਹੋਰਾਂ ਨੂੰ ਇਹ ਵੀ ਨਹੀਂ ਸੀ ਪੁੱਛ ਸਕਦੀਆਂ ਕਿ ਪ੍ਰਸੰਨ ਕੌਰ ਨੇ ਤੁਹਾਡੇ ਤੋਂ ਚੋਰੀ ਗਵਾਂਢਣ ਘਰ ਜਾ ਕੇ ਸਾਨੂੰ ਕਿਉਂ ਫੋਨ ਕੀਤਾ। ਇਸ ਲਈ ਉਹਨਾਂ ਨੇ ਭਾਨੇ ਨੂੰ ਪ੍ਰਸੰਨ ਕੌਰ ਦੀ ਸਿਹਤ ਦਾ ਹਵਾਲਾ ਦੇ ਕੇ ਆਪਣੇ ਪਿੰਡ ਨਾਲ ਲਿਜਾਣ ਲਈ ਪੁੱਛਿਆ। ਭਾਨੇ ਨੇ ਝੱਟ ਇਸ ਗੱਲ ਲਈ ਹਾਂ ਕਰ ਦਿੱਤੀ ਕਿਉਂਕਿ ਸਵੀਟੀ ਨੇ ਭਾਨੇ ਨੂੰ ਪਹਿਲਾਂ ਹੀ ਸਮਝਾ ਦਿੱਤਾ ਸੀ ਕਿ ਜੇਕਰ ਮਿੰਦੀ ਹੋਰੀ ਪ੍ਰਸੰਨ ਕੌਰ ਨੂੰ ਆਪਣੇ ਨਾਲ ਲੈ ਕੇ ਜਾਣਗੀਆਂ ਤਾਂ ਇਸ ਵਿੱਚ ਵੀ ਫਾਇਦਾ ਹੀ ਹੋਏਗਾ। ਹੋ ਸਕਦਾ ਸੀ ਕਿ ਉਹ ਪ੍ਰਸੰਨ ਕੌਰ ਦੇ ਹਾਲਾਤ ਵੇਖ ਕੇ ਆਪਣੇ ਆਪ ਹੀ 1 ਲੱਖ ਰੁਪਈਆ ਵਾਪਸ ਕਰਨ ਲਈ ਮੰਨ ਜਾਣ। ਪਰ ਉਹਨਾਂ ਦੀ ਇਸ ਸਕੀਮ ਦੀ ਪ੍ਰਸੰਨ ਕੌਰ ਨੇ ਫੂਕ ਕੱਢ ਦਿੱਤੀ ਤੇ ਦੀਸ਼ ਕੌਰ ਹੋਰਾਂ ਦੇ ਨਾਲ ਜਾਣ ਤੋਂ ਸਾਫ਼ ਮਨਾ ਕਰ ਦਿੱਤਾ। ਮੈਨੂੰ ਲੱਗਦਾ ਕਿ ਜਿਵੇਂ ਬੀਬੀ ਸਾਡੇ ਕੋਲੋਂ ਕੁਝ ਲੁਕੋ ਰਹੀ ਸੀ, ਦੱਸਣਾ ਵੀ ਚਾਹ ਰਹੀ ਸੀ ਪਰ ਕਿਸੇ ਮਜਬੂਰੀ 'ਚ ਫਸੀ ਦੱਸ ਨਹੀਂ ਸਕੀ। ਮਿੰਦੀ ਨੇ ਸਕੂਟਰੀ ਅਜੇ ਆਪਣੇ ਨਾਨਕੇ ਪਿੰਡ ਵਿੱਚੋਂ ਕੱਢ ਕੇ ਮੇਨ ਰੋਡ ਉੱਤੇ ਚੜਾਈ ਹੀ ਸੀ ਕਿ ਉਸਦੇ ਪਿੱਛੇ ਬੈਠੀ ਦੀਸ਼ ਕੌਰ ਨੇ ਉਸ ਨੂੰ ਸੁਣਾ ਕੇ ਕਿਹਾ, ਸਹੀ ਗੱਲ ਆ ਮੰਮੀ, ਵੈਸੇ ਬੇਵਸੀ ਜਈ ਤਾਂ ਮੈਂ ਵੀ ਪੜ ਲਈ ਸੀ ਉਸਦੇ ਚਿਹਰੇ ਤੋਂ। ਨਾਲੇ ਇੱਕ ਗੱਲ ਹੋਰ ਵੀ ਆ ਕਿ ਅੱਜ ਭਾਨਾ ਤੇ ਸਵੀਟੀ ਵੀ ਬੀਬੀ ਨੂੰ ਜ਼ੋਰ ਲਗਾ ਰਹੇ ਸੀ ਕਿ ਸਾਡੇ ਨਾਲ ਆਉਣ ਵੱਲੋਂ, ਪਰ ਬੀਬੀ ਹੀ ਨਾ ਆਉਣ ਦੀ ਜਿੱਦ ਤੇ ਅੜੀ ਰਹੀ। ਮਿੰਦੀ ਨੇ ਸਕੂਟਰੀ ਚਲਾਉਂਦੀ ਹੋਈ ਨੇ ਹੀ ਪਿੱਛੇ ਨੂੰ ਮੂੰਹ ਕਰਕੇ ਆਪਣੀ ਮਾਂ ਨੂੰ ਜਵਾਬ ਦਿੰਦੇ ਹੋਏ ਕਿਹਾ, ਸਿਹਤ ਵੀ ਬੜੀ ਢਿੱਲੀ ਜਿਹੀ ਜਾਪ ਰਹੀ ਸੀ, ਘੱਟੋ ਘੱਟ ਦਵਾਈ ਲਿਆਉਣ ਲਈ ਹੀ ਸਾਡੇ ਨਾਲ ਆ ਜਾਂਦੀ। ਮੇਰੇ ਦਿਲ ਨੂੰ ਤਾਂ ਸੋਚ ਹੋਰ ਹੀ ਤਰ੍ਹਾਂ ਹੋਈ ਜਾਂਦਾ ਏ। ਦੀਸ਼ ਕੌਰ ਨੇ ਬਾਹਲੇ ਫਿਕਰ ਨਾਲ ਕਿਹਾ। ਮੋੜਾਂ ਫੇਰ ਸਕੂਟਰੀ ਲੈ ਆਉਂਦੀਆਂ ਵਾ ਧੱਕੇ ਨਾਲ ਹੀ ਬੀਬੀ ਨੂੰ। ਮਿੰਦੀ ਨੂੰ ਵੀ ਇੰਜ ਮਹਿਸੂਸ ਹੋ ਰਿਹਾ ਸੀ ਕਿ ਜਿਵੇਂ ਨਾਨੀ ਨੂੰ ਨਾ ਲਿਆ ਕੇ ਕੋਈ ਬੜੀ ਵੱਡੀ ਗਲਤੀ ਕਰ ਲਈ ਹੋਵੇ। ਦੀਸ਼ ਕੌਰ ਦੇ ਦਿਲ ਵਿੱਚ ਆਇਆ ਕਿ ਜੇ ਹੁਣ ਏਦਾਂ ਵਾਪਸ ਮੁੜ ਕੇ ਗਈਆਂ ਤਾਂ ਭਾਨੇ ਹੋਰੀ ਪਤਾ ਨਹੀਂ ਕੀ ਸੋਚਣਗੇ। ਇਸ ਲਈ ਉਸਨੇ ਮਿੰਦੀ ਨੂੰ ਕਿਹਾ
ਕਿ ਕੱਲ ਨੂੰ ਫੇਰ ਆ ਜਾਵਾਂਗੀਆਂ ਤੇ ਬੀਬੀ ਨੂੰ ਲੈ ਕੇ ਜਾਵਾਂਗੀਆਂ ਧੱਕੇ ਨਾਲ ਹੀ। ਨਾ ਤਾਂ ਉਹਨਾਂ ਦੋਵਾਂ ਨੇ ਜੱਸੇ ਨੂੰ ਬੀਬੀ ਦੇ ਗਵਾਂਢਣ ਘਰੋਂ ਜਾ ਕੇ ਫੋਨ ਕਰਨ ਵਾਲੀ ਗੱਲ ਦੱਸੀ ਸੀ ਤੇ ਨਾ ਹੀ ਅੱਜ ਘਰ ਜਾ ਕੇ ਉਸ ਨਾਲ ਇਸ ਸਭ ਬਾਰੇ ਕੋਈ ਗੱਲਬਾਤ ਕੀਤੀ। ਅਗਲੇ ਦਿਨ ਦੀਸ਼ ਕੌਰ ਦੇ ਗਵਾਂਢ ਸ਼ਰੀਕੇ ਬਰਾਦਰੀ ਵਿੱਚ ਕਿਸੇ ਬਜ਼ੁਰਗ ਦੀ ਮੌਤ ਹੋ ਗਈ ਤੇ ਇਸੇ ਚੱਕਰ ਵਿੱਚ 10-12 ਦਿਨ ਲੰਘ ਗਏ ਤੇ ਉਹ ਆਪਣੀ ਮਾਂ ਕੋਲ ਨਾ ਪਹੁੰਚ ਸਕੀ। ਫੋਨ ਉੱਤੇ ਦੀਸ਼ ਕੌਰ ਤੇ ਮਹਿੰਦੀ ਭਾਵੇਂ ਪ੍ਰਸੰਨ ਕੌਰ ਨਾਲ ਰੋਜ਼ਾਨਾ ਹੀ ਗੱਲਬਾਤ ਕਰ ਲੈਂਦੀਆਂ, ਪਰ ਫਿਰ ਵੀ ਉਹ ਕਿਵੇਂ ਸਮਝ ਸਕਦੀਆਂ ਸਨ ਕਿ ਪ੍ਰਸੰਨ ਕੌਰ ਨੂੰ ਕੋਈ ਗੱਲ ਅੰਦਰੋਂ ਅੰਦਰੀ ਵੱਡ ਖਾ ਰਹੀ ਹੈ ਤੇ ਉਸ ਦੀ ਸਿਹਤ ਦਿਨੋਂ ਦਿਨ ਨਿੱਘਰਦੀ ਜਾ ਰਹੀ ਹੈ। ਉਧਰ ਭਾਨੇ ਤੇ ਸਵੀਟੀ ਨੂੰ ਵੀ ਇਹੀ ਡਰ ਸਤਾਉਣ ਲੱਗ ਪਿਆ ਸੀ ਕਿ ਕਿਤੇ ਉਹ 1 ਲੱਖ ਦੇ ਲਾਲਚ ਵਸ ਹਰ ਮਹੀਨੇ ਆਉਣ ਵਾਲੇ 18,000 ਨਾ ਗਵਾ ਲੈਣ। ਇਸ ਲਈ ਉਹਨਾਂ ਦੋਵਾਂ ਜੀਆਂ ਨੇ ਇਹ ਸਕੀਮ ਬਣਾਈ ਕਿ ਹਾਲ ਦੀ ਘੜੀ ਕਿਸੇ ਕੋਲੋਂ ਲੱਖ ਰੁਪਈਆ ਉਧਾਰ ਫੜ ਕੇ ਨਵੀਂ ਕਾਰ ਲੈ ਆਂਦੀ ਜਾਵੇ ਤੇ ਬਾਅਦ ਵਿੱਚ ਕਿਸੇ ਤਰੀਕੇ ਦਾਦੀ ਰਾਹੀਂ ਭੂਆ ਕੋਲੋਂ ਪੈਸੇ ਕਢਵਾ ਕੇ ਉਧਾਰ ਲਾ ਦਿੱਤਾ ਜਾਏਗਾ। ਇਹੀ ਸੋਚ ਭਾਨਾ ਆਪਣੀ ਦਾਦੀ ਨੂੰ ਦਵਾਈ ਦਿਵਾਉਣ ਲਈ ਚੰਗੇ ਡਾਕਟਰ ਕੋਲ ਲੈ ਕੇ ਪਹੁੰਚਿਆ, ਪਰ ਇਸ ਦਵਾਈ ਨਾਲ ਪ੍ਰਸੰਨ ਕੌਰ ਦੀ ਸਿਹਤ ਵਿੱਚ ਕੋਈ ਫਰਕ ਨਾ ਪਿਆ, ਕਿਉਂਕਿ ਭਾਨੇ ਦੇ ਪੂਰੇ ਟੱਬਰ ਵੱਲੋਂ ਕੀਤੀਆਂ ਗੱਲਾਂ ਬਾਤਾਂ ਨਾਲ ਉਸ ਦੇ ਅੰਦਰ ਜੋ ਜ਼ਖਮ ਬਣ ਚੁੱਕੇ ਸਨ ਉਹ ਕਦੇ ਵੀ ਭਰਨੇ ਵਾਲੇ ਨਹੀਂ ਸਨ। ਸਵੀਟੀ ਨੇ ਆਪਣੇ ਪੇਕਿਆਂ ਤੋਂ ਲੱਖ ਰੁਪਈਆ ਉਧਾਰ ਫੜ ਲਿਆ ਸੀ ਤੇ ਨਵੀਂ ਕਾਰ ਵੀ ਲੈ ਆਂਦੀ, ਪਰ ਪ੍ਰਸੰਨ ਕੌਰ ਸਮੇਤ ਆਂਢ ਗੁਆਂਢ ਤੇ ਰਿਸ਼ਤੇਦਾਰਾਂ ਨੂੰ ਵੀ ਇਹੀ ਦੱਸਿਆ ਗਿਆ ਕਿ ਇਹ ਕਾਰ ਸਵੀਟੀ ਦੇ ਕਿਸੇ ਰਿਸ਼ਤੇਦਾਰ ਨੇ ਆਪਣੀ ਕੁੜੀ ਨੂੰ ਦਾਜ ਵਿੱਚ ਦੇਣ ਲਈ ਖਰੀਦੀ ਹੈ ਅਤੇ ਕੁਝ ਦਿਨਾਂ ਲਈ ਸਵੀਟੀ ਹੋਰਾਂ ਕੋਲ ਰੱਖੀ ਗਈ ਹੈ। ਮਹਿੰਦੀ ਤੇ ਦੀਸ਼ ਕੌਰ ਇੱਕ ਦਿਨ ਪ੍ਰਸੰਨ ਕੌਰ ਦਾ ਪਤਾ ਲੈਣ ਗਈਆਂ ਤਾਂ ਉਹਨਾਂ ਨੂੰ ਵੀ ਨਵੀਂ ਕਾਰ ਬਾਰੇ ਇਹੀ ਫਿਲਾਸਫੀ ਸਮਝਾਈ ਗਈ। ਜੱਸੇ ਨੇ ਜਦ ਘਰ ਵਾਪਸ ਮੁੜੀ ਮਾਂ ਦਾ ਰਾਤ ਨੂੰ ਉਤਰਿਆ ਹੋਇਆ ਚਿਹਰਾ ਵੇਖਿਆ ਤਾਂ ਜੱਸੇ ਨੂੰ ਬੜੀ ਫਿਕਰ ਜਿਹੀ ਹੋਈ। ਮੰਮੀ ਤੈਨੂੰ ਕੀ ਗੱਲ ਹੋ ਗਈ? ਬੀਬੀ ਤਾਂ ਠੀਕ ਠਾਕ ਆ ਨਾ? ਜੱਸੇ ਨੇ ਆਪਣੀ ਮਾਂ ਦੀ ਗੋਦੀ 'ਚ ਸਿਰ ਰੱਖ ਕੇ ਲੰਮੇ ਪੈਂਦਿਆਂ ਪੁੱਛਿਆ। ਮੇਰਾ ਪੁੱਤ ਮੇਰੀ ਗੱਲ ਮੰਨੇ ਤਾਂ ਲਵੀ ਤੇ ਲਵ ਨੂਰ ਨੂੰ ਖੜ ਕੇ ਮਿਲਾ ਲਿਆ ਇੱਕ ਵਾਰ ਬੀਬੀ ਨਾਲ। ਇਹ ਕਹਿੰਦੀਆਂ ਹੀ ਦੀਸ਼ ਕੌਰ ਫਿੱਸ ਪਈ ਸੀ ਤੇ ਅੱਖਾਂ 'ਚੋਂ ਪਰਲ ਹੰਝੂ ਵਹਿ ਤੁਰੇ। ਏਦਾਂ ਕਿਉਂ ਕਹਿ ਰਹੀ ਐ ਮਾਂ ਮੇਰੀਏ? ਰੱਬ ਮੇਰੀ ਨਾਨੀ ਦੀ ਵੱਡੀ ਉਮਰ ਕਰੇ। ਜੱਸੇ ਨੇ ਜਿੰਨੀ ਦੇਰ 'ਚ ਇਹ ਸ਼ਬਦ ਕਹੇ ਉਦੋਂ ਤੱਕ ਲਵੀ ਤੇ ਮਹਿੰਦੀ ਵੀ ਉਹਨਾਂ ਦੋਵਾਂ ਮਾਂ ਪੁੱਤ ਕੋਲ ਪਹੁੰਚ ਗਈਆਂ ਸਨ। ਉਹਨਾਂ ਦੋਵਾਂ ਨਨਾਣ ਭਰਜਾਈ ਨੇ ਵੀ ਦੀਸ਼ ਕੌਰ ਨੂੰ ਸੰਭਾਲਣ ਦੀ ਪੂਰੀ ਕੋਸ਼ਿਸ਼ ਕੀਤੀ। ਕਿਸੇ ਟਾਈਮ ਮੇਰੀ ਮਾਂ ਦਾ ਉਸ ਘਰ ਵਿੱਚ ਪੂਰਾ ਦਬਕਾ ਚੱਲਦਾ ਸੀ, ਪਰ ਅੱਜ ਜੋ ਹਾਲਾਤ ਮੈਂ ਆਪਣੀ ਮਾਂ ਦੇ ਦੇਖ ਕੇ ਆਈ ਆ, ਇਹਨਾਂ ਕਹਿ ਕੇ ਦੀਸ਼ ਕੌਰ ਭੁੱਬਾ ਮਾਰ ਕੇ ਰੋਣ ਲੱਗ ਪਈ। ਗੱਲ ਤਾਂ ਦੱਸੋ ਹੋਇਆ ਕੀ ਹੈ ਬੀਬੀ ਨੂੰ? ਜੱਸੇ ਦਾ ਵੀ ਅੰਦਰੋਂ ਦਿਲ ਵਲੂੰਦਰਿਆ ਗਿਆ ਸੀ। ਬੀਬੀ ਨੇ ਘਸਿਆ ਜਿਹਾ ਸੂਟ ਪਾਇਆ ਹੋਇਆ ਸੀ ਤੇ ਗਰਮੀ 'ਚ ਬਿਨਾਂ ਪੱਖੇ ਤੋਂ ਪਿਛਲੇ ਕਮਰੇ 'ਚ ਲੰਮੀ ਪਈ ਸੀ ਵਿਚਾਰੀ। ਮੈਨੂੰ ਤਾਂ ਵੇਖ ਕੇ ਇੰਨੀ ਖਿੱਝ ਚੜੀ ਕਿ ਕੀ ਦੱਸਾਂ। ਦਿਲ ਕਰਦਾ ਸੀ ਕਿ ਉਸ ਬਾਂਦਰੀ ਸਵੀਟੀ ਜਿਹੀ ਦਾ ਝਾਟਾ ਫੜ ਕੇ ਘੁਮਾਵਾਂ ਵਿਹੜੇ 'ਚ। ਦੀਸ਼ ਕੌਰ ਤੇ ਮਹਿੰਦੀ ਨੇ ਐਵੇਂ ਦੀਆਂ ਕਈ ਗੱਲਾਂ ਦੱਸੀਆਂ ਜਿਨ੍ਹਾਂ ਨੂੰ ਸੁਣ ਕੇ ਜੱਸਾ ਸਮਝ ਗਿਆ ਕਿ ਭਾਨਾ ਤੇ ਸਵੀਟੀ ਜਾਣ ਬੁੱਝ ਕੇ ਉਸ ਦੀ ਨਾਨੀ ਨੂੰ ਤੰਗ ਕਰ ਰਹੇ ਨੇ। ਨਵੀਂ ਖਰੀਦੀ ਕਾਰ ਬਾਰੇ ਵੀ ਸਾਫ਼-ਸਾਫ਼ ਕਹਿ ਦਿੱਤਾ ਕਿ ਭਾਨੇ ਹੋਰੀ ਝੂਠ ਬੋਲ ਰਹੇ ਨੇ ਤੇ ਕਾਰ ਉਹਨਾਂ ਨੇ ਆਪਣੇ ਲਈ ਹੀ ਲਈ ਆ। ਅਗਲੇ ਦਿਨ ਹੀ ਜੱਸੇ ਨੇ ਲਵੀ ਦੇ ਦਫ਼ਤਰ ਤੋਂ ਛੁੱਟੀ ਕਰ ਲਈ ਤੇ ਲਵ ਨੂਰ ਨੂੰ ਨਾਲ ਲੈ ਕੇ ਨਾਨਕੇ ਪਿੰਡ ਜਾ ਪਹੁੰਚੇ। ਗੇਟ ਅੰਦਰ ਵੜਦਿਆਂ ਹੀ ਸਾਹਮਣੇ ਪ੍ਰਸੰਨ ਕੌਰ ਮੰਜੀ ਉੱਤੇ ਬੈਠੀ ਪੱਖੀ ਨਾਲ ਝੱਲ ਮਾਰ ਰਹੀ ਸੀ। ਰੰਗ ਕਾਲਾ ਸੁਆਹ ਹੋਇਆ ਪਿਆ ਤੇ ਸਰੀਰ ਵੀ ਨਿਰਾ ਹੱਡੀਆਂ ਦੀ ਮੁੱਠ। ਉਸ ਵੱਲ ਵੇਖ ਦੋਤਰੇ ਤੇ ਦੋਤਰਿਓਂ ਨੂੰਹ ਦੀਆਂ ਭੁੱਬਾਂ ਨਿਕਲ ਗਈਆਂ। ਬੀਬੀ ਸਤਿ ਸ਼੍ਰੀ ਅਕਾਲ, ਇਹ ਕੀ ਹਾਲ ਬਣਾ ਲਿਆ ਈ ਆਪਣਾ? ਜੱਸੇ ਨੇ ਨਾਨੀ ਦੇ ਪੈਰੀ ਹੱਥ ਲਾਉਂਦਿਆਂ ਹੌਕਾ ਜਿਹਾ ਭਰ ਕੇ ਕਿਹਾ। ਹਾਲ ਹੁਣ ਕਾਹਦਾ ਪੁੱਤ? ਮੌਤ ਉਡੀਕਦੀ ਆ ਕਿ ਕਦੋਂ ਆਉਣੀ ਆ। ਰੱਬ ਐਵੇਂ ਪੁੱਤਾਂ ਮੇਰਿਆਂ ਨੂੰ ਲੈ ਗਿਆ। ਮੇਰੇ ਤੋਂ ਪਹਿਲਾਂ ਮੈਨੂੰ ਲੈ ਜਾਂਦਾ, ਖਹਿੜਾ ਛੁੱਟ ਜਾਂਦਾ ਟਾਈਮ ਨਾਲ ਹੀ। ਪ੍ਰਸੰਨ ਕੌਰ ਨੇ ਜੱਸੇ ਤੇ ਲਵੀ ਦੇ ਸਿਰ ਉੱਤੇ ਹੱਥ ਰੱਖ ਪਿਆਰ ਦਿੰਦਿਆਂ ਬੜੀ ਹੀ ਢਿੱਲੀ ਜਿਹੀ ਆਵਾਜ਼ ਵਿੱਚ ਕਿਹਾ ਤੇ ਨਾਲ ਹੀ ਲਵ ਨੂਰ ਨੂੰ ਘੁੱਟ ਕੇ ਸੀਨੇ ਨਾਲ ਲਾ ਲਿਆ। ਲੈ ਦੱਸ ਬੀਬੀ, ਕਿਉਂ ਐਵੇਂ ਢੈਂਦੀ ਕਲਾ ਵਾਲੀਆਂ ਗੱਲਾਂ ਕਰਦੀ ਐ?
ਅਜੇ ਤਾਂ ਲਵ ਨੂਰ ਦਾ ਵਿਆਹ ਦਿਖਾਉਣਾ ਏ ਤੈਨੂੰ ਆਪਾਂ। ਲਵੀ ਨੇ ਨਾਨੀ ਨੂੰ ਹੌਸਲਾ ਦੇਣ ਲਈ ਕਿਹਾ। ਲਾਈਟ ਨਹੀਂ ਆਉਂਦੀ ਬੀਬੀ। ਆਉਂਦੀ ਹੋਣੀ ਆ, ਅੰਦਰੋਂ ਕੁਰਸੀਆਂ ਫੜ ਲਿਆ ਦੋ ਤੇ ਆਹ ਪੱਖੇ ਦਾ ਵੀ ਸੁੱਚ ਨੱਪ ਲਾ। ਜੇ ਲਾਈਟ ਆ ਰਹੀ ਸੀ ਤਾਂ ਫਿਰ ਤੂੰ ਕਿਉਂ ਗਰਮੀ 'ਚ ਬੈਠੀ ਹੋਈ ਐ? ਨਾਲੇ ਕਿੱਥੇ ਗਏ ਨੇ ਬਾਕੀ ਸਾਰੇ? ਜੱਸੇ ਨੇ ਕੁਰਸੀਆਂ ਵੀ ਲੈ ਆਂਦੀਆਂ ਤੇ ਪੱਖਾ ਵੀ ਚਲਾ ਲਿਆ। ਮੇਰੇ ਕੋਲ ਕਿੱਥੇ ਹਿੰਮਤ ਹੈ ਕਿ ਉੱਠ ਕੇ ਪੱਖਾ ਚਲਾ ਸਕਾਂ। ਭਾਨਾ ਤਾਂ ਆਪਣੇ ਸਹੁਰੇ ਉੱਡਿਆ ਹੀ ਟੱਬਰ ਸਮੇਤ ਤੇ ਮਾਂ ਉਹਦੀ ਆਪਣੇ ਭਤੀਜੇ ਵੱਲ ਗਈ ਓ। ਲਵੀ ਨੂੰ ਜਾ ਧੀ ਮੇਰੀ ਅੰਦਰੋਂ ਪਾਣੀ ਫੜ ਲਿਆ, ਆਪਣੇ ਲਈ ਵੀ ਤੇ ਮੈਨੂੰ ਵੀ ਪਿਲਾ ਦੇ ਘੁੱਟ। ਬੀਬੀ ਆਪਾਂ ਤੈਨੂੰ ਲੈਣ ਆਏ ਆ, ਚੱਲ ਫੜ ਆਪਣਾ ਲੀੜਾ ਲੱਤਾ ਤੇ ਚੱਲੀਏ ਸਾਡੇ ਪਿੰਡ। ਵੇਖੀ ਕਿੱਦਾਂ ਲਵੀ ਤੈਨੂੰ ਦਿਨਾਂ 'ਚ ਹੀ ਬਿਲਕੁਲ ਠੀਕ ਠਾਕ ਕਰਦੀ ਆ। ਨਾ ਪੁੱਤ ਮੇਰਿਆ, ਹੁਣ ਆਖਰੀ ਸਾਹ ਤਾਂ ਮੇਰਾ ਇਸ ਘਰ ਵਿੱਚ ਹੀ ਨਿਕਲੂ। ਅੱਗੇ ਪਤਾ ਨਹੀਂ ਕਿਹੜੇ ਪਾਪਾਂ ਦਾ ਬੋਝ ਲਾ ਰਹੀ ਆ ਤੇ ਜੇ ਇਸ ਉਮਰੇ ਹੁਣ ਧੀ ਦਾ ਘਰ ਜਾ ਮੱਲਾਂਗੀ ਤਾਂ ਅਗਲੇ ਦਰੋਂ ਵੀ ਢੋਈ ਨਹੀਂ ਮਿਲਣੀ ਮੈਨੂੰ। ਕਿਸੇ ਗੱਲੋਂ ਤੰਗ ਪਰੇਸ਼ਾਨ ਤਾਂ ਨਹੀਂ ਕਰਦੇ ਬੀਬੀ ਤੈਨੂੰ? ਚੰਗੀ ਭਲੀ ਤੂੰ ਇੱਕਦਮ ਹੀ ਹੌਸਲਾ ਢਾਈ ਬੈਠੀ ਐ ਬਿਲਕੁਲ ਹੀ। ਇਸ ਤੋਂ ਪਹਿਲਾਂ ਕਿ ਪ੍ਰਸੰਨ ਕੌਰ ਜੱਸੇ ਦੇ ਇਸ ਸਵਾਲ ਦਾ ਜਵਾਬ ਦਿੰਦੀ, ਇੱਕਦਮ ਸੁਖਵੰਤ ਕੌਰ ਭਾਨੇ ਦੀ ਮਾਂ ਗੇਟ ਖੋਲ ਕੇ ਘਰ ਅੰਦਰ ਆਣ ਪਹੁੰਚੀ। ਜੱਸੇ ਹੋਰਾਂ ਨੂੰ ਮਿਲਣ ਤੋਂ ਬਾਅਦ ਉਹ ਉਸੇ ਪੈਰੀ ਹੀ ਘਰੋਂ ਬਾਹਰ ਚਲੀ ਗਈ ਤੇ ਛੇਤੀ ਹੀ ਹੱਥ ਵਿੱਚ ਠੰਡੇ ਦੀ ਬੋਤਲ ਫੜੀ ਵਾਪਸ ਆ ਗਈ। ਧੱਕੇ ਨਾਲ ਹੀ ਠੰਡਾ ਪਿਲਾ ਕੇ ਜੱਸੇ ਦੀ ਮਾਮੀ ਚਾਹੁੰਦੀ ਸੀ ਕਿ ਉਹ ਚਾਹ ਬਣਾ ਕੇ ਲਿਆਵੇ, ਪਰ ਜੱਸੇ ਤੇ ਲਵੀ ਦੋਵਾਂ ਨੇ ਚਾਹ ਪੀਣ ਤੋਂ ਇਨਕਾਰ ਕਰ ਦਿੱਤਾ। ਫਿਰ ਜਦੋਂ ਨਾਨੀ ਨੇ ਚਾਹ ਪੀਣ ਦੀ ਹਾਮੀ ਭਰੀ ਤਾਂ ਉਹਨਾਂ ਦੋਵਾਂ ਨੇ ਵੀ ਹਾਂ ਕਰ ਦਿੱਤੀ। ਭਾਨੇ ਦੀ ਮਾਂ ਚਾਹ ਬਣਾਉਣ ਲਈ ਰਸੋਈ ਵਿੱਚ ਚਲੀ ਗਈ ਤਾਂ ਜੱਸੇ ਤੇ ਲਵੀ ਨੇ ਫਿਰ ਤੋਂ ਨਾਨੀ ਨੂੰ ਇਸ ਗੱਲ ਲਈ ਮਨਾਉਣਾ ਸ਼ੁਰੂ ਕਰ ਦਿੱਤਾ ਕਿ ਉਹ ਪ੍ਰਸੰਨ ਕੌਰ ਉਹਨਾਂ ਨਾਲ ਪਿੰਡ ਨੂੰ ਚੱਲੇ, ਪਰ ਉਹ ਨਹੀਂ ਸੀ ਮੰਨ ਰਹੀ। ਜਿਵੇਂ ਧੱਕੇ ਨਾਲ ਠੰਡਾ ਗਲੇ ਤੋਂ ਥੱਲੇ ਲੰਘਿਆ ਹੀ ਸੀ, ਉਸੇ ਤਰ੍ਹਾਂ ਚਾਹ ਵੀ ਮੁਸ਼ਕਲ ਪੀਤੀ ਗਈ ਜੱਸੇ ਕੋਲੋਂ। ਇੱਕ ਉਹ ਵੀ ਸਮਾਂ ਹੁੰਦਾ ਸੀ ਕਿ ਇਸੇ ਨਾਨਕੇ ਘਰ ਵਿੱਚ ਕਈ ਦਿਨ ਰਹਿਣ ਤੋਂ ਬਾਅਦ ਵੀ ਜੱਸੇ ਦਾ ਆਪਣੇ ਪਿੰਡ ਜਾਣ ਨੂੰ ਦਿਲ ਨਹੀਂ ਸੀ ਕਰਦਾ ਹੁੰਦਾ ਤੇ ਅੱਜ ਮਸਾ 2 ਘੰਟੇ ਬੈਠਣ ਤੋਂ ਬਾਅਦ ਹੀ ਉਸ ਦਾ ਦਿਲ ਕਰ ਰਿਹਾ ਸੀ ਕਿ ਇੱਥੋਂ ਨਾਨੀ ਆਪਣੀ ਨੂੰ ਨਾਲ ਲੈ ਕੇ ਭੱਜ ਜਾਵੇ ਬਸ। ਘਰ ਵਾਪਸੀ ਦੌਰਾਨ ਜੱਸੇ ਨੇ ਅੱਖਾਂ ਭਰ ਕੇ ਲਵੀ ਨੂੰ ਕਿਹਾ ਕਿ ਇਹ ਉਹਨਾਂ ਦੀ ਨਾਨੀ ਨਾਲ ਆਖਰੀ ਮਿਲਣੀ ਹੀ ਸੀ ਲੱਗਦਾ। ਲਵੀ ਨੇ ਉਸ ਨੂੰ ਏਦਾਂ ਕਹਿਣ ਤੋਂ ਵਰਜਿਆ, ਪਰ ਹਰ ਵਾਰ ਦੀ ਤਰ੍ਹਾਂ ਜੱਸੇ ਦੀ ਇਹ ਗੱਲ ਵੀ ਸੱਚ ਸਾਬਤ ਹੋਈ ਤੇ 4 ਦਿਨਾਂ ਬਾਅਦ ਹੀ ਸਵੇਰ ਦੇ 5 ਵਜੇ ਹੀ ਜੱਸੇ ਨੂੰ ਭਾਨੇ ਦਾ ਫੋਨ ਆ ਗਿਆ। ਨੰਬਰ ਵੇਖ ਕੇ ਹੀ ਜੱਸਾ ਡਰ ਗਿਆ ਸੀ। ਵਾਹਿਗੁਰੂ ਵਾਹਿਗੁਰੂ ਕਰਦਿਆਂ ਉਸਨੇ ਫੋਨ ਰਿਸੀਵ ਕੀਤਾ ਤਾਂ ਅੱਗੋਂ ਭਾਨੇ ਨੇ ਉਸ ਨੂੰ ਉਹੀ ਮਨਹੂਸ ਖਬਰ ਸੁਣਾ ਦਿੱਤੀ। ਫੋਨ ਕੱਟਦਿਆਂ ਹੀ ਜੱਸਾ ਉੱਚੀ ਰੋਣ ਲੱਗ ਪਿਆ। ਲਵੀ ਦੇ ਪੁੱਛਣ ਉੱਤੇ ਰੋਂਦੇ ਨੇ ਕਿਹਾ ਕਿ ਚੰਗੇ ਵੇਲੇ ਹੀ ਬੀਬੀ ਨੂੰ ਮਿਲ ਆਏ ਸੀ ਆਪਾਂ ਜਾ ਕੇ। ਛੱਡ ਗਈ ਉਹ ਸਾਥ ਆਪਣਾ ਉਹ ਵੀ। ਦੀਸ਼ ਕੌਰ ਤੇ ਮਹਿੰਦੀ ਪਿਛਲੇ ਦਿਨ ਹੀ ਸੰਗ ਦੇ ਨਾਲ ਤਰਨਤਾਰਨ ਗੁਰਦੁਆਰਾ ਸਾਹਿਬ ਮੱਸਿਆ ਵੇਖਣ ਗਈਆਂ ਸੀ। ਪੁਰਾਤਨ ਸਮੇਂ ਤੋਂ ਹੀ ਏਦਾਂ ਚੱਲਦਾ ਆ ਰਿਹਾ ਸੀ ਕਿ ਇਹ ਸੰਗ ਮੱਸਿਆ ਤੋਂ ਪਹਿਲੀ ਰਾਤ ਸ੍ਰੀ ਦਰਬਾਰ ਸਾਹਿਬ ਤੋਂ ਪੈਦਲ ਯਾਤਰਾ ਕਰਦੇ ਹੋਏ ਅਗਲੀ ਸਵੇਰ ਮੱਸਿਆ ਵਾਲੇ ਦਿਨ ਤਰਨਤਾਰਨ ਗੁਰਦੁਆਰਾ ਸਾਹਿਬ ਪਹੁੰਚਦਾ ਹੈ। ਲਵੀ ਨੇ ਮਹਿੰਦੀ ਨੂੰ ਫੋਨ ਲਾ ਕੇ ਬੀਬੀ ਵੱਲੋਂ ਦੱਸਦਿਆਂ ਕਿਹਾ ਕਿ ਮੰਮੀ ਦੀਸ਼ ਕੌਰ ਨੂੰ ਅਜੇ ਨਾ ਦੱਸੇ ਅਤੇ ਉੱਥੋਂ ਬੱਸ ਰਾਹੀਂ ਅੰਮ੍ਰਿਤਸਰ ਨੂੰ ਤੁਰ ਪੈਣ। ਅੱਗੋਂ ਜੱਸੇ ਨੇ ਕਾਰ ਉੱਤੇ ਜਾ ਕੇ ਉਹਨਾਂ ਦੋਵਾਂ ਨੂੰ ਘਰ ਲੈ ਆਉਣਾ ਸੀ। ਵੀਰਵਾਰ ਦੀ ਮੱਸਿਆ ਵਾਲਾ ਦਿਨ ਸੀ ਜਿਸ ਦਿਨ ਪ੍ਰਸੰਨ ਕੌਰ ਚੜ੍ਹਾਈ ਕਰ ਗਈ ਸੀ। ਸਿਆਣੇ ਬਜ਼ੁਰਗ ਕਹਿੰਦੇ ਨੇ ਕਿ ਜੇਕਰ ਕੋਈ ਇਸ ਦਿਨ ਦੁਨੀਆ ਤੋਂ ਜਾਂਦਾ ਹੈ ਤਾਂ ਸਿੱਧਾ ਸਵਰਗਾਂ ਨੂੰ ਜਾਂਦਾ ਏ। ਪਤਾ ਨਹੀਂ ਪ੍ਰਸੰਨ ਕੌਰ ਦੇ ਮਾਮਲੇ ਵਿੱਚ ਇਦਾਂ ਹੋਣਾ ਸੀ ਕਿ ਨਹੀਂ, ਪਰ ਇਹ ਗੱਲ ਤਾਂ ਪੱਕੀ ਸੀ ਕਿ ਪਿਛਲੇ ਸਮੇਂ ਤੋਂ ਉਸ ਨੂੰ ਪਤਾ ਨਹੀਂ ਕਿੰਨਾ ਕੁ ਨਰਕ ਭੋਗਣਾ ਪੈ ਰਿਹਾ ਸੀ ਜਿਹੜਾ ਉਹ ਆਪਣੇ ਮੂੰਹੋਂ ਮੌਤ ਮੰਗਣ ਲੱਗ ਪਈ ਸੀ। ਮਹਿੰਦੀ ਨੇ ਦੀਸ਼ ਕੌਰ ਨੂੰ ਬਿਨਾਂ ਕੁਝ ਦੱਸੇ ਕਾਲੀ ਗੁਰਦੁਆਰਾ ਸਾਹਿਬ ਵਿਖੇ ਮੱਥਾ ਟਿਕਾਇਆ ਤੇ ਫਿਰ ਉਹ ਦੋਵੇਂ ਬੱਸ ਸਟੈਂਡ ਪਹੁੰਚ ਗਈਆਂ। ਉਦੋਂ ਤੱਕ ਦੀਸ਼ ਕੌਰ ਨੂੰ ਸ਼ੱਕ ਹੋ ਗਿਆ ਸੀ ਕਿਉਂਕਿ ਇੱਕ ਧੀ ਦੀਆਂ ਅੰਦਰਾਂ ਨੂੰ ਖਿੱਚ ਪੈ ਰਹੀ ਸੀ। ਵਾਰ-ਵਾਰ ਪੁੱਛਣ ਉੱਤੇ ਮਹਿੰਦੀ ਨੇ ਰੋਂਦੇ ਹੋਏ ਸਾਰੀ ਗੱਲ ਦੱਸ ਦਿੱਤੀ ਤੇ ਫਿਰ ਦੋਵੇਂ ਜਾਣੀਆਂ ਬੱਸ ਵਿੱਚ ਬੈਠੀਆਂ ਹੋਈਆਂ ਜਾਰੋ-ਜਾਰ ਰੋਣ ਲੱਗ ਪਈਆਂ। ਬੱਸ ਵਿੱਚ ਬੈਠੀਆਂ ਬਾਕੀ ਸਵਾਰੀਆਂ ਮਹਿੰਦੀ ਤੇ ਦੀਸ਼ ਕੌਰ ਵੱਲ ਹੈਰਾਨੀ ਨਾਲ ਵੇਖ ਰਹੀਆਂ ਸਨ। ਉਹ ਦੋਵੇਂ ਰੋਂਦੀਆਂ ਹੋਈਆਂ ਵੀ ਇੱਕ ਦੂਜੇ ਨੂੰ ਹੌਸਲਾ ਦੇਣ ਦੀ ਵੀ ਕੋਸ਼ਿਸ਼ ਕਰ ਰਹੀਆਂ ਸਨ। ਜਿੰਨਾ ਪਿਆਰ ਧੀ ਦੀਸ਼ ਕੌਰ ਨੂੰ ਆਪਣੀ ਮਾਂ ਨਾਲ ਸੀ, ਓਨਾ ਹੀ ਦੋਹਤੀ ਮਹਿੰਦੀ ਨੂੰ ਆਪਣੀ ਨਾਨੀ ਨਾਲ। ਜਿਵੇਂ ਪ੍ਰਸੰਨ ਕੌਰ ਨੇ ਆਪਣੀ
ਪਲੇਠੀ ਧੀ ਦੇਸ਼ ਕੌਰ ਨੂੰ ਚਾਵਾਂ ਨਾਲ ਪਾਲਿਆ ਪੋਸਿਆ ਸੀ, ਉਸੇ ਤਰ੍ਹਾਂ ਦੋਹਤੀ ਨੂੰ ਵੀ ਬਚਪਨ ਵਿੱਚ ਆਪਣੇ ਕੋਲ ਰੱਖ ਪਿਆਰ ਦੁਲਾਰ ਦਿੱਤਾ ਹੋਇਆ ਸੀ। ਚਾਹ ਕੇ ਵੀ ਦੋਵਾਂ ਦੇ ਅਥਰੂ ਨਹੀਂ ਸਨ ਰੋਕ ਰਹੇ। ਜੱਸੇ ਦਾ ਫੋਨ ਆਇਆ ਤਾਂ ਮਹਿੰਦੀ ਦੇ ਮੂੰਹੋਂ ਕੁਝ ਨਹੀਂ ਸੀ ਨਿਕਲ ਰਿਹਾ। ਰੋਣਾ ਸੁਣ ਕੇ ਜੱਸੇ ਨੇ ਸਿਰਫ ਇਹ ਦੱਸਿਆ ਕਿ ਉਹ ਪਿੰਡੋਂ ਤੁਰ ਪਿਆ ਏ, ਕਿਉਂਕਿ ਉਹ ਵੀ ਤਾਂ ਗੱਡੀ ਚਲਾਉਂਦਾ ਹੋਇਆ ਨਾਨੀ ਨੂੰ ਹੀ ਯਾਦ ਕਰ ਰਿਹਾ ਸੀ। ਸ਼ਹਿਰ ਦੇ ਬਾਈਪਾਸ ਪਹੁੰਚ ਕੇ ਜੱਸੇ ਨੇ ਉਹਨਾਂ ਦੋਵਾਂ ਨੂੰ ਬੱਸ ਵਿੱਚੋਂ ਉਤਾਰ ਕੇ ਆਪਣੇ ਨਾਲ ਕਾਰ ਵਿੱਚ ਬਿਠਾ ਲਿਆ। ਜੱਸੇ ਨੇ ਕਿਹਾ ਕਿ ਉਹ ਪਹਿਲਾਂ ਆਪਣੇ ਪਿੰਡ ਜਾਣਗੇ ਤੇ ਫਿਰ ਉੱਥੋਂ ਲਵੀ ਤੇ ਲਵਨੂਰ ਨੂੰ ਨਾਲ ਲੈ ਕੇ ਨਾਨਕੇ ਚਲੇ ਜਾਣਗੇ। ਪਿੰਡ ਨੂੰ ਵਾਪਸੀ ਦੇ ਸਫ਼ਰ ਦੌਰਾਨ ਕਾਰ ਵਿੱਚ 3 ਜਾਣੇ ਬੈਠੇ ਹੋਣ ਦੇ ਬਾਵਜੂਦ ਪੂਰੀ ਤਰ੍ਹਾਂ ਚੁੱਪ ਪਸਰੀ ਹੋਈ ਸੀ। ਆਵਾਜ਼ ਆ ਰਹੀ ਸੀ ਤਾਂ ਬਸ ਉਹਨਾਂ ਤਿੰਨਾਂ ਦੇ ਸੁਮਕਿਆਂ ਦੀ। ਘਰ ਪਹੁੰਚੇ ਤਾਂ ਦੀਸ਼ ਕੌਰ ਦੇ ਗੱਡੀ ਵਿੱਚੋਂ ਬਾਹਰ ਨਿਕਲਦਿਆਂ ਹੀ ਲਵੀ ਆਪਣੀ ਸੱਸ ਦੇ ਗਲ ਲੱਗ ਉੱਚੀ ਉੱਚੀ ਰੋਣ ਲੱਗ ਪਈ। ਮਹਿੰਦੀ ਨੇ ਦੋਵਾਂ ਨੂੰ ਫੜਿਆ ਤੇ ਘਰ ਦੇ ਅੰਦਰ ਲੈ ਗਈ। ਲਵਨੂਰ ਵਿਚਾਰੇ ਨੂੰ ਕੁਝ ਸਮਝ ਨਹੀਂ ਸੀ ਆ ਰਹੀ ਕਿ ਇਹ ਕੀ ਹੋ ਰਿਹਾ ਏ। ਜੱਸੇ ਨੇ ਆਪਣੀ ਮਾਂ ਨਾਲ ਇਹ ਸਲਾਹ ਕੀਤੀ ਕਿ ਆਂਢ ਗੁਆਂਢ ਨੂੰ ਅਜੇ ਨਾ ਦੱਸਿਆ ਜਾਵੇ। ਮਹਿੰਦੀ ਨੇ ਇਸੇ ਗੱਲ ਦੀ ਹਾਮੀ ਭਰੀ। ਉਸ ਸਾਰੇ ਜਾਣੇ ਗੱਡੀ ਵਿੱਚ ਬੈਠ ਕੇ ਨਾਨਕੇ ਪਿੰਡ ਨੂੰ ਤੁਰੇ ਹੀ ਸਨ ਕਿ ਦੀਸ਼ ਕੌਰ ਦੀ ਛੋਟੀ ਭਰਜਾਈ ਰਾਣੇ ਦੀ ਮਾਂ ਦਾ ਫੋਨ ਵੀ ਆ ਗਿਆ। ਉਹ ਪੁੱਛ ਰਹੀ ਸੀ ਕਿ ਕਦੋਂ ਕੁ ਤੱਕ ਪਹੁੰਚਣਾ ਏ। ਮਹਿੰਦੀ ਨੇ ਉਸ ਨੂੰ ਛੇਤੀ ਹੀ ਪਹੁੰਚਣ ਵੱਲੋਂ ਕਹਿ ਫੋਨ ਕੱਟ ਦਿੱਤਾ। ਗਲੀ ਵਿੱਚ ਪਹਿਲਾਂ ਹੀ ਕਾਫੀ ਗੱਡੀਆਂ ਲੱਗੀਆਂ ਹੋਣ ਕਰਕੇ ਜੱਸੇ ਨੇ ਆਪਣੀ ਕਾਰ ਪਿੰਡ ਦੀ ਫਿਰਨੀ ਉੱਤੇ ਹੀ ਰੋਕ ਲਈ। ਉੱਥੋਂ ਅੱਗੇ 100 ਮੀਟਰ ਤੁਰ ਕੇ ਫਿਰ ਘਰ ਪਹੁੰਚਣਾ ਸੀ। ਕਾਰ ਵਿੱਚੋਂ ਨਿਕਲਦਿਆਂ ਹੀ ਦੀਸ਼ ਕੌਰ ਦੇ ਪੂਰੇ ਟੱਬਰ ਦੇ ਸਬਰ ਦਾ ਬੰਨ੍ਹ ਟੁੱਟ ਗਿਆ। ਲਵਨੂਰ ਨੂੰ ਜੱਸੇ ਨੇ ਆਪਣੇ ਕੁੱਛੜ ਚੁੱਕ ਲਿਆ ਸੀ। ਧੀ ਤੇ ਦੋਹਤੀ ਦੀਆਂ ਢਾਡਾਂ ਇੰਨੀਆਂ ਉੱਚੀਆਂ ਹੋ ਗਈਆਂ ਸਨ ਕਿ ਆਂਢੀਆਂ ਗੁਆਂਢੀਆਂ ਨੂੰ ਪਤਾ ਲੱਗ ਗਿਆ ਸੀ ਉਹ ਆਪਣੀ ਮਾਂ ਦੇ ਆਖਰੀ ਦਰਸ਼ਨ ਕਰਨ ਲਈ ਆ ਪਹੁੰਚੀਆਂ ਨੇ। ਹਾਏ ਨੀ ਮਾਂ ਮੇਰੀਏ, ਉਦਾਂ ਤਾਂ ਝਟ ਫੋਨ ਕਰਕੇ ਸੱਦ ਲੈਂਦੀ ਸੀ ਮੈਨੂੰ, ਤੇ ਹੁਣ ਜਾਣ ਲੱਗੀ ਨੇ ਇੱਕ ਵਾਰੀ ਆਵਾਜ਼ ਵੀ ਨਹੀਂ ਮਾਰੀ ਮੈਨੂੰ। ਘਰ ਦਾ ਗੇਟ ਟੱਪਦਿਆਂ ਹੀ ਦੀਸ਼ ਕੌਰ ਉੱਚੀ ਉੱਚੀ ਕੀਰਨੇ ਪਾਉਣ ਲੱਗ ਪਈ। ਉਸ ਦੇ ਵੈਣ ਇੰਨੇ ਸੀਨਾ ਪਾੜਵੇਂ ਸਨ ਕਿ ਸੁਣ ਕੇ ਪੱਥਰ ਤੋਂ ਪੱਥਰ ਦਿਲ ਬੰਦੇ ਦਾ ਵੀ ਕਲੇਜਾ ਪਾਟ ਜਾਵੇ। ਘਰ ਦੇ ਅੰਦਰ ਲੌਬੀ ਵਿੱਚ ਮੰਜੀ ਉੱਤੇ ਉਹ ਪ੍ਰਸੰਨ ਕੌਰ ਲਾਸ਼ ਬਣੀ ਪਈ ਸੀ, ਜਿਸ ਨੇ ਕਦੇ ਇਸ ਘਰ ਨੂੰ ਆਪਣੀ ਮਿਹਨਤ ਤੇ ਮੁਸ਼ੱਕਤ ਨਾਲ ਰਹਿਣ ਲਾਇਕ ਘਰ ਬਣਾਇਆ ਸੀ। ਅੰਦਰ ਪਹੁੰਚ ਦੀਸ਼ ਕੌਰ, ਮਹਿੰਦੀ ਤੇ ਲਵੀ ਨੇ ਵਾਰੋ ਵਾਰੀ ਪ੍ਰਸੰਨ ਕੌਰ ਦਾ ਮੂੰਹ ਵੇਖਿਆ ਤੇ ਰੋਂਦੀਆਂ ਹੋਈਆਂ ਮੰਜੀ ਨੂੰ ਢੋ ਲਾ ਕੇ ਨਾਲ ਹੀ ਬੈਠ ਗਈਆਂ। ਮਹਿੰਦੀ ਵਿਚਾਰੀ ਤਾਂ ਨਾਨੀ ਦੇ ਉੱਤੇ ਹੀ ਬਾਹਾਂ ਰੱਖ ਢਾਡਾ ਮਾਰ ਰਹੀ ਸੀ। ਉਸ ਵੱਲ ਵੇਖ ਦੀਸ਼ ਕੌਰ ਨੇ ਵੀ ਹਾਲ ਦੁਹਾਈ ਪਾ ਦਿੱਤੀ ਤੇ ਪਿੱਟਣ ਲੱਗ ਪਈ। ਉਸ ਦੀਆਂ ਦੋਵਾਂ ਭਰਜਾਈਆਂ ਨੇ ਉੱਠ ਕੇ ਉਸ ਨੂੰ ਬੜੀ ਮੁਸ਼ਕਲ ਸੰਭਾਲਿਆ। ਸਾਰੀ ਲੌਬੀ ਜਨਾਨੀਆਂ ਨਾਲ ਡੱਕੀ ਪਈ ਸੀ। ਕੁਝ ਆਂਢ ਗੁਆਂਢ ਦੇ ਮੁੰਡੇ ਥਾਲੀਆਂ ਵਿੱਚ ਗਲਾਸ ਰੱਖ ਪਾਣੀ ਵਰਤਾ ਰਹੇ ਸਨ। ਉਹ ਚਾਹੁੰਦੇ ਸਨ ਕਿ ਦੀਸ਼ ਕੌਰ ਹੋਰੀ ਵੀ ਪਾਣੀ ਪੀ ਲੈਣ, ਪਰ ਉਹਨਾਂ ਨੂੰ ਰੋਣ ਧੋਣ ਤੋਂ ਬਿਨਾਂ ਕੋਈ ਹੋਸ਼ ਨਹੀਂ ਸੀ। ਵੱਡੀ ਮਾਮੀ ਨੇ ਮਹਿੰਦੀ ਨੂੰ ਧੱਕੇ ਨਾਲ ਪਾਣੀ ਪਿਲਾਉਣ ਦੀ ਕੋਸ਼ਿਸ਼ ਕੀਤੀ ਤੇ ਛੋਟੀ ਗਲਾਸ ਫੜ ਆਪਣੀ ਨਨਾਣ ਨੂੰ ਪਾਣੀ ਪੀਣ ਵੱਲੋਂ ਕਹਿਣ ਲੱਗ ਪਈ। ਜਿੱਥੇ ਕੋ ਲਵੀ ਬੈਠੀ ਸੀ ਉਸ ਦੇ ਮਗਰ ਹੀ ਲਵਪ੍ਰੀਤ ਰਾਣੀ ਦੀ ਘਰਵਾਲੀ ਵੀ ਬੈਠੀ ਹੋਈ ਸੀ। ਬਾਹਰ ਗੈਰਾਜ ਵਿੱਚ ਹੀ ਥੱਲੇ ਫਰਸ਼ ਉੱਤੇ ਦਰੀ ਵਿਛੀ ਹੋਈ ਸੀ, ਜਿੱਥੇ ਕੁਝ ਕੁ ਬੰਦੇ ਬੈਠੇ ਹੋਏ ਸਨ। ਉਹਨਾਂ ਵਿੱਚ ਹੀ ਇੱਕ ਕੰਧ ਨਾਲ ਢੋ ਲਾਈ ਮਸੋਇਆ ਜਿਹਾ ਮੂੰਹ ਬਣਾਈ ਭਾਨਾ ਬੈਠਾ ਹੋਇਆ ਸੀ, ਜਿਸ ਦੇ ਕੋਲ ਜਾ ਕੇ ਜੱਸਾ ਵੀ ਬੈਠ ਗਿਆ। ਦਿਲ ਤਾਂ ਜੱਸੇ ਦਾ ਕਰ ਰਿਹਾ ਸੀ ਕਿ ਉਹ ਭਾਨੇ ਦੇ ਗਲ ਲੱਗ ਉੱਚੀ ਉੱਚੀ ਰੋ ਕੇ ਆਪਣੇ ਦਿਲ ਦਾ ਗੁਬਾਰ ਕੱਢ ਲਵੇ, ਪਰ ਭਾਨੇ ਦੇ ਅੱਖਾਂ 'ਚ ਤਾਂ ਇੱਕ ਵੀ ਹੰਝੂ ਨਹੀਂ ਸੀ। ਜੱਸੇ ਨੇ ਕੋਲ ਹੀ ਬੈਠੇ ਆਪਣੇ ਮਾਮੇ ਮਹਿੰਦਰ ਸਿੰਘ, ਦੀਸ਼ ਕੌਰ ਦੇ ਤਾਏ ਦਾ ਪੁੱਤ, ਤੇ ਗੋਡੀ ਹੱਥ ਲਾ ਸਤਿ ਸ਼੍ਰੀ ਅਕਾਲ ਬੁਲਾਈ ਤਾਂ ਉਸਨੇ ਅੱਗੋਂ ਮੋਢੇ ਉੱਤੇ ਰੱਖ ਕੇ ਕਿਹਾ ਕਿ ਛੱਡ ਗਈ ਸਾਥ ਨਾਨੀ ਤੇਰੀ ਬੱਲਿਆ। ਜੱਸੇ ਨੇ ਹਾਂ ਵਿੱਚ ਸਿਰ ਹਿਲਾਇਆ ਤੇ ਉੱਥੇ ਬੈਠੇ ਹੋਰ ਪਤਵੰਤਿਆਂ ਵੱਲ ਵੇਖਿਆ। ਥੋੜੀ ਜਿਹੀ ਵੇਥ ਉੱਤੇ ਰਾਣਾ ਬੈਠਾ ਹੋਇਆ ਸੀ। ਜੱਸੇ ਨੇ ਲਵਨੂਰ ਨੂੰ ਉਸ ਦੀ ਗੋਦੀ 'ਚ ਫੜਾਇਆ ਤੇ ਆਪਣੀ ਨਾਨੀ ਦੇ ਆਖਰੀ ਦਰਸ਼ਨ ਕਰਨ ਲਈ ਅੰਦਰ ਜਾ ਵੜਿਆ। ਉਸਨੇ ਨਾਨੀ ਦੇ ਮੂੰਹ ਤੋਂ ਕੱਪੜਾ ਹਟਾਇਆ ਹੀ ਸੀ, ਉਹ ਵੀ ਭੁੱਬਾ ਮਾਰ-ਮਾਰ ਰੋਣ ਲੱਗ ਪਿਆ। ਇਹ ਵੇਖ ਮਹਿੰਦੀ ਤੇ ਦੀਸ਼ ਕੌਰ ਵੀ ਫਿਰ ਤੋਂ ਰੋਣ ਲੱਗ ਪਈਆਂ, ਜਿਹੜੀਆਂ ਕਿ ਬੜੀ ਮੁਸ਼ਕਲ ਆਪਣੇ ਆਪ ਨੂੰ ਸੰਭਾਲ ਸਕੀਆਂ ਸਨ। 5 ਮਿੰਟ ਉੱਥੇ ਬੈਠ ਜੱਸਾ ਬਾਹਰ ਆ ਗਿਆ। ਉਸਦੇ ਆਉਣ ਸਾਰ ਹੀ ਲਵਨੂਰ ਆਪਣੀ ਮੰਮੀ ਕੋਲ ਜਾਣ ਦੀ ਜਿੱਦ ਕਰਨ ਲੱਗ ਪਿਆ। ਜੱਸੇ ਨੇ ਬਥੇਰਾ ਵਰਚਾਉਣ ਦੀ ਕੋਸ਼ਿਸ਼ ਕੀਤੀ, ਪਰ ਉਸਨੇ ਜਿੱਦ ਨਾ ਛੱਡੀ।
ਹਾਰ ਕੇ ਜੱਸਾ ਉਸ ਨੂੰ ਅੰਦਰ ਲਵੀ ਕੋਲ ਫੜਾ ਕੇ ਫਿਰ ਬਾਹਰ ਆ ਗਿਆ। ਲਵੀ ਨੇ ਲਵਨੂਰ ਨੂੰ ਚੁੱਕਿਆ ਤੇ ਅੰਦਰ ਕਮਰੇ ਵਿੱਚ ਲੈ ਗਈ। ਉਸ ਦੇ ਮਗਰ ਹੀ ਲਵਪ੍ਰੀਤ ਵੀ ਆਣ ਪਹੁੰਚੀ। ਦੀਦੀ ਤੁਹਾਨੂੰ ਕਦੋਂ ਕੋ ਕੀਤਾ ਸੀ ਫੋਨ ਇਹਨਾਂ ਨੇ ਭਲਾ? ਲਵਪ੍ਰੀਤ ਰਾਣੇ ਦੀ ਘਰਵਾਲੀ ਨੇ ਕਮਰੇ ਅੰਦਰ ਵੜਦਿਆਂ ਹੀ ਦਰਵਾਜ਼ਾ ਢੋ ਕੇ ਲਵੀ ਨੂੰ ਹੌਲੀ ਜਿਹੀ ਪੁੱਛਿਆ। ਸਵੇਰੇ 5 ਵਜੇ ਕੀਤਾ ਸੀ ਫੋਨ, ਤੁਸੀਂ ਕਦੋਂ ਕੋ ਦੇ ਆਏ ਹੋ? ਲਵੀ ਨੇ ਜਵਾਬ ਦਿੰਦੇ ਹੋਏ ਨਾਲ ਹੀ ਸਵਾਲ ਵੀ ਪੁੱਛ ਲਿਆ। ਅਸੀਂ ਵੀ ਤੁਹਾਡੇ ਅੱਗੇ ਹੀ ਪਹੁੰਚੇ ਹਾਂ, ਤੂੰ ਆਪੇ ਹੀ ਵਾਪਸ ਆ ਗਈ ਐ ਕਿ ਇਹ ਮਨਾ ਕੇ ਲਿਆਏ ਸੀ ਤੈਨੂੰ ਰਾਣੇ ਹੋਰੀ? ਮਨਾਉਣਾ ਸੱਤਾ ਚੁੱਲ੍ਹਿਆਂ ਦੀ ਖੇ ਤੇ ਸੁਆ, ਅੱਜ ਬੀਬੀ ਦੀ ਮਜਬੂਰੀ ਕਰਕੇ ਇਸ ਵਕਤੇ ਹੀ ਆ ਵੜੇ ਸੀ ਦੋਵੇਂ ਮਾਂ ਪੁੱਤ ਮਾਸੀ ਘਰੇ। ਤਰਲੇ ਮਾਰਨ ਲੱਗ ਪਏ ਕਿ ਮੈਂ ਵੀ ਆਵਾਂ ਇਹਨਾਂ ਦੇ ਨਾਲ ਪਿੰਡ, ਨਹੀਂ ਤਾਂ ਸ਼ਰੀਕੇ ਬਰਾਦਰੀ ਵਿੱਚ ਕੀ ਮੂੰਹ ਦਿਖਾਵਾਂਗੇ ਮੇਰੇ ਬਿਨਾ। ਲਵਪ੍ਰੀਤ ਨੇ ਨੱਕ ਮਰੋੜਦਿਆਂ ਕਿਹਾ। ਨਾਲ ਹੀ ਉਸ ਦਾ ਧਿਆਨ ਦਰਵਾਜ਼ੇ ਵੱਲ ਵੀ ਸੀ ਕਿ ਕੋਈ ਆ ਨਾ ਜਾਵੇ। ਤੇ ਤੂੰ ਚੁੱਪਚਾਪ ਤੁਰ ਪਈ ਨਾਲ ਇਹਨਾਂ ਦੇ? ਲਵੀ ਨੇ ਹੈਰਾਨ ਹੋ ਕੇ ਆਖਿਆ। ਕਿੱਥੇ, ਮੈਂ ਤਾਂ ਸਾਫ਼ ਮਨਾ ਕਰ ਦਿੱਤਾ ਸੀ। ਫਿਰ ਮਾਸੜ ਮਾਸੀ ਜੀ ਕਹਿਣ ਲੱਗੇ ਕਿ ਇਹੋ ਜਿਹੇ ਟਾਈਮ ਤੇ ਮੇਰਾ ਨਾਲ ਆਉਣਾ ਬਣਦਾ ਏ। ਬਸ ਅੱਜ ਦੀ ਦਿਹਾੜੀ ਆਈ ਹਾਂ, ਜਾ ਕੇ ਫੇਰ ਵਾਪਸ ਮਾਸੀ ਵੱਲ ਚਲੇ ਜਾਣਾ ਮੈਂ। ਚੱਲ ਵਧੀਆ ਕੀਤਾ ਆ ਕੇ, ਪਰ ਇਹ ਦੱਸ ਤੇਰਾ ਮੁੰਡੇ ਬਿਨਾ ਦਿਲ ਲੱਗ ਜਾਂਦਾ ਏ? ਲਾਉਣਾ ਪੈਂਦਾ ਏ ਦੀਦੀ, ਜਿਸ ਘਰ ਵਿੱਚ ਮੇਰੀ ਕੋਈ ਕਦਰ ਨਹੀਂ ਹੈ ਉੱਥੇ ਵਾਪਸ ਆ ਕੇ ਕਰਾਂਗੀ ਵੀ ਕੀ? ਲਵਲੀਨ ਦੀਆਂ ਗੱਲਾਂ ਤੋਂ ਇਹ ਸਾਫ਼ ਸਮਝ ਲੱਗ ਰਹੀ ਸੀ ਕਿ ਉਸਨੇ ਰਾਣੇ ਕੋਲੋਂ ਸਦਾ ਲਈ ਵੱਖ ਹੋਣ ਦਾ ਪੱਕਾ ਮਨ ਬਣਾ ਲਿਆ ਸੀ। ਉਹ ਸ਼ਾਇਦ ਅਜੇ ਹੋਰ ਵੀ ਕਈ ਗੱਲਾਂ ਕਰਦੀਆਂ, ਪਰ ਉਹਨਾਂ ਕੋਲ ਸਵੀਟੀ ਆਈ ਤੇ ਆਪਣੇ ਨਾਲ ਬਾਰ-ਬਾਰ ਲੈ ਗਈ। ਜਿੱਥੇ ਕਿ ਰੋਟੀਆਂ ਪੱਕ ਰਹੀਆਂ ਸਨ ਤੇ ਦਾਲ ਬਣ ਰਹੀ ਸੀ, ਸਵੀਟੀ ਉੱਥੇ ਕੰਮ ਕਰ ਰਹੀ ਸੀ, ਬੀਬੀਆਂ ਉੱਤੇ ਪੂਰਾ ਹੁਕਮ ਚਲਾ ਰਹੀ ਸੀ। ਉਸ ਦਾ ਐਨਰਜੀ ਲੈਵਲ ਵੀ ਵੱਖਰਾ ਹੀ ਜਿਹਾ ਦਿਸ ਰਿਹਾ ਸੀ। ਜੇ ਕੋਈ ਸਮਾਨ ਦੁਕਾਨ ਤੋਂ ਮੰਗਵਾਉਣਾ ਪੈਂਦਾ ਤਾਂ ਉਹ ਜਗਰਾਜ ਜਾਂ ਭਾਨੇ ਨੂੰ ਕੜਕਵੀਂ ਆਵਾਜ਼ ਵਿੱਚ ਬੁਲਾ ਕੇ ਕਹਿ ਦਿੰਦੀ। ਵਾਰੋ ਵਾਰੀ ਤਕਰੀਬਨ ਸਾਰੇ ਹੀ ਰਿਸ਼ਤੇਦਾਰ ਪਹੁੰਚ ਚੁੱਕੇ ਸਨ। ਸ਼ਰੀਕੇ ਬਰਾਦਰੀ ਵਿੱਚ ਉਮਰ ਦੇ ਲਿਹਾਜ਼ ਨਾਲ ਹੁਣ ਮਹਿੰਦਰ ਸਿੰਘ ਦੀਸ਼ ਕੌਰ ਦੇ ਤਾਏ ਦਾ ਮੁੰਡਾ ਹੀ ਸਭ ਤੋਂ ਸਿਆਣਾ ਸੀ। ਉਹੀ ਭਾਨੇ ਨੂੰ ਸਾਰੇ ਰਸਮੋ ਰਿਵਾਜ ਬਾਰੇ ਸਮਝਾ ਕੇ ਕੰਮ ਕਰਵਾ ਰਿਹਾ ਸੀ। ਭਾਵੇਂ ਉਹ ਪਿਛਲੇ ਕਈ ਸਾਲਾਂ ਤੋਂ ਆਪਣੇ ਪੂਰੇ ਪਰਿਵਾਰ ਸਮੇਤ ਸ਼ਹਿਰ ਰਹਿ ਰਿਹਾ ਸੀ, ਫਿਰ ਵੀ ਆਪਣੀ ਤਾਈ ਪ੍ਰਸੰਨ ਕੌਰ ਦਾ ਬਹੁਤ ਮਾਣ ਸਤਿਕਾਰ ਕਰਦਾ ਸੀ। ਅਸਲ ਵਿੱਚ ਮਹਿੰਦਰ ਸਿੰਘ ਦੇ 3 ਬੱਚਿਆਂ ਦੇ ਵਿਆਹਾਂ ਵੇਲੇ ਉਹ ਪ੍ਰਸੰਨ ਕੌਰ ਨੂੰ ਹਫ਼ਤਾ ਪਹਿਲਾਂ ਹੀ ਆਪਣੇ ਘਰੇ ਸ਼ਹਿਰ ਲੈ ਜਾਂਦਾ ਰਿਹਾ ਸੀ ਤੇ ਫਿਰ ਸਾਰਾ ਵਿਆਹ ਨੇਪਰੇ ਚੜਨ ਤੋਂ ਬਾਅਦ ਹੀ ਵਾਪਸ ਪਿੰਡ ਆਉਣ ਦਿੰਦਾ ਸੀ। ਦੀਸ਼ ਕੌਰ ਹੋਰਾਂ ਦੇ ਦੱਸਣ ਮੁਤਾਬਿਕ ਮਹਿੰਦਰ ਸਿੰਘ ਦਾ ਆਪਣੀ ਤਾਈ ਨਾਲ ਬਚਪਨ ਤੋਂ ਹੀ ਬੜਾ ਮੋਹ ਸੀ। ਮਹਿੰਦਰ ਸਿੰਘ ਦੇ ਕਹੇ ਅਨੁਸਾਰ ਹੀ ਦਾਲ ਰੋਟੀ ਤਿਆਰ ਕੀਤੀ ਗਈ ਸੀ ਤਾਂ ਜੋ ਪ੍ਰਸੰਨ ਕੌਰ ਦੇ ਅੰਤਿਮ ਦਰਸ਼ਨ ਕਰਨ ਪਹੁੰਚੇ ਸਾਰੇ ਰਿਸ਼ਤੇਦਾਰਾਂ ਨੂੰ ਦਾਲ ਫੁਲਕਾ ਛਕਾਇਆ ਜਾ ਸਕੇ। ਵਾਰ-ਵਾਰ ਹੀ ਪੰਗਤਾਂ ਬਣਾ ਕੇ ਪਹਿਲਾਂ ਬੰਦਿਆਂ ਨੂੰ ਰੋਟੀ ਖਵਾਈ ਗਈ ਤੇ ਫਿਰ ਜਨਾਨੀਆਂ ਨੂੰ। ਇਹੋ ਜਿਹੇ ਸਮੇਂ ਉੱਤੇ ਰੋਟੀ ਕਿਸੇ ਦੇ ਮੂੰਹੋਂ ਕਿੱਥੇ ਲੰਘਦੀ ਹੈ। ਫਿਰ ਵੀ ਧੱਕੇਸ਼ਾਹੀ ਨਾਲ ਹਰ ਕਿਸੇ ਨੂੰ ਇੱਕ ਫੁਲਕਾ ਛਕਣਾ ਹੀ ਪਿਆ। ਉਸ ਤੋਂ ਬਾਅਦ ਪ੍ਰਸੰਨ ਕੌਰ ਨੂੰ ਅੰਤਿਮ ਇਸ਼ਨਾਨ ਕਰਾਉਣ ਦੀ ਤਿਆਰੀ ਹੋਣ ਲੱਗ ਪਈ। ਸੁਖਵੰਤ ਕੌਰ ਭਾਨੇ ਦੀ ਮਾਂ ਨੇ ਪ੍ਰਸੰਨ ਕੌਰ ਦੇ ਹੱਥੋਂ ਸੋਨੇ ਦੀ ਅੰਗੂਠੀ ਲਾਹੀ ਤੇ ਕੋਲ ਹੀ ਖੜੀ ਰੋ ਰਹੀ ਮਹਿੰਦੀ ਨੂੰ ਫੜਾਉਣੀ ਚਾਹੀ, ਪਰ ਮਹਿੰਦੀ ਵਿਚਾਰੀ ਉੱਚੀ ਰੋਂਦੀ ਹੋਈ ਆਪਣੀ ਨਾਨੀ ਵੱਲ ਵੇਖਦੀ ਹੋਈ ਸਿਰ ਫੇਰ ਕੇ ਮਨਾ ਕਰਨ ਲੱਗ ਪਈ। ਵੱਡੀ ਮਾਮੀ ਨੇ ਕਿਹਾ ਕਿ ਤੇਰੀ ਨਾਨੀ ਕਹਿੰਦੀ ਹੁੰਦੀ ਸੀ ਕਿ ਇਹ ਛਾਪ ਮੈਂ ਆਪਣੀ ਦੋਤੀ ਨੂੰ ਹੀ ਪਾਉਣੀ ਆ। ਉੱਥੇ ਖੜੀਆਂ ਸਾਰੀਆਂ ਜਨਾਨੀਆਂ ਨੇ ਉਸ ਦੀ ਹਾਮੀ ਭਰੀ ਤਾਂ ਮਜਬੂਰੀ ਵਸ ਮਹਿੰਦੀ ਨੂੰ ਛਾਪ ਫੜਨੀ ਹੀ ਪਈ। ਇਸੇ ਤਰ੍ਹਾਂ ਹੀ ਪ੍ਰਸੰਨ ਕੌਰ ਨੂੰ ਨਹਾਉਣ ਵੇਲੇ ਉਸ ਦੀਆਂ ਕੰਨਾਂ ਦੀਆਂ ਵਾਲੀਆਂ ਲਾ ਕੇ ਉਸ ਦੀ ਧੀ ਦੀਸ਼ ਕੌਰ ਨੂੰ ਫੜਾ ਦਿੱਤੀਆਂ ਗਈਆਂ ਤੇ ਉਸਨੇ ਚੁੱਪਚਾਪ ਰੱਖ ਲਈਆਂ। ਅਰਥੀ ਨੂੰ ਸਭ ਤੋਂ ਪਹਿਲਾਂ ਚੁੱਕਣ ਵੇਲੇ 4 ਮੋਢੇ ਭਾਨੇ, ਰਾਣੇ, ਜੱਸੇ ਤੇ ਮਹਿੰਦਰ ਸਿੰਘ ਦੇ ਸਨ। ਫਿਰ ਸ਼ਮਸ਼ਾਨ ਘਾਟ ਤੱਕ ਪਹੁੰਚਣ ਤੱਕ ਵਾਰੋ-ਵਾਰੀ ਕਈ ਜਾਣਿਆਂ ਨੇ ਮੋਢਾ ਦਿੱਤਾ। ਗਰਮੀ ਦਾ ਮੌਸਮ ਹੋਣ ਕਰਕੇ ਅਰਥੀ ਦੇ ਮਗਰ ਜਾਣ ਵਾਲੇ ਬੰਦੇ ਤੇ ਜਨਾਨੀਆਂ ਵੀ ਕਾਲੀ ਤੁਰ ਰਹੇ ਸਨ। ਇੰਜ ਲੱਗ ਰਿਹਾ ਸੀ ਕਿ ਜਿਵੇਂ ਹਰ ਇੱਕ ਨੂੰ ਹੀ ਕਾਲੀ ਸੀ ਕਿ ਪ੍ਰਸੰਨ ਕੌਰ ਨੂੰ ਛੇਤੀ ਤੋਂ ਛੇਤੀ ਸ਼ਮਸ਼ਾਨ ਘਾਟ ਤੱਕ ਪਹੁੰਚਾ ਦਿੱਤਾ ਜਾਵੇ ਤਾਂ ਕਿ ਟਾਈਮ ਨਾਲ ਵਿਹਲੇ ਹੋ ਸਕੀਏ। ਪਰ ਇੱਕ ਧੀ ਤੇ ਦੋਤੀ ਕੋਲੋਂ ਵਿਰਲਾਪ ਕਰਦਿਆਂ ਕਿੱਥੇ ਤੁਰਿਆ ਜਾ ਰਿਹਾ ਸੀ। ਉਹ ਦੋਵੇਂ ਜਾਣੀਆਂ ਤਾਂ ਪਤਾ ਨਹੀਂ ਕਿਵੇਂ ਪੈਰ ਘੜੀਸ ਕੇ ਮਸਾਂ ਹੀ ਇੱਕ ਕਦਮ ਪੁੱਟ ਰਹੀਆਂ ਸਨ। ਲਵੀ ਤੇ ਲਵਲੀਨ ਦੋਵੇਂ ਜਾਣੀਆਂ ਆਪਣੇ ਬੱਚਿਆਂ
ਦੇ ਨਾਲ ਘਰ ਹੀ ਰੁਕ ਗਈਆਂ ਸਨ। ਰਾਸਤੇ ਵਿੱਚ ਇੱਕ ਜਗ੍ਹਾ ਅਰਥੀ ਨੂੰ ਰੋਕ ਲਿਆ ਗਿਆ। ਭਾਨਾ ਚਾਹੁੰਦਾ ਸੀ ਕਿ ਅਰਥੀ ਨੂੰ ਜ਼ਮੀਨ ਉੱਤੇ ਰੱਖ ਕੇ ਇੱਕ ਤਾਂ ਪਾਣੀ ਨਾਲ ਭਰਿਆ ਘੜਾ ਤੋੜ ਲਿਆ ਜਾਵੇ ਤੇ ਫਿਰ ਅਰਥੀ ਦਾ ਪਾਸਾ ਘੁਮਾ ਲਿਆ ਜਾਵੇ, ਪਰ ਮਹਿੰਦਰ ਸਿੰਘ ਨੇ ਇਹ ਦੋਵੇਂ ਰਸਮਾਂ ਕਰਨ ਤੋਂ ਮਨਾ ਕਰ ਦਿੱਤਾ। ਸ਼ਮਸ਼ਾਨ ਘਾਟ ਪਹੁੰਚ ਕੇ ਪ੍ਰਸੰਨ ਕੌਰ ਨੂੰ ਲੱਕੜਾਂ ਦੀ ਚਿਖਾ ਵਿੱਚ ਚਿਣ ਦਿੱਤਾ ਗਿਆ। ਕੱਲੀ ਕੱਲੀ ਲੱਕੜ ਫੜਦਿਆਂ ਜੱਸੇ ਦੀਆਂ ਅੱਖਾਂ ਅੱਗੇ ਨਾਨੀ ਨਾਲ ਗੁਜ਼ਾਰਿਆ ਆਪਣਾ ਬਚਪਨ ਕਿਸੇ ਫਿਲਮ ਦੀ ਵਰਗਾ ਘੁੰਮ ਰਿਹਾ ਸੀ। ਫਿਰ ਪਿੰਡ ਦੇ ਗੁਰਦੁਆਰਾ ਸਾਹਿਬ ਜੀ ਦੇ ਗ੍ਰੰਥੀ ਸਿੰਘ ਨੇ ਅਰਦਾਸ ਕੀਤੀ। ਜੱਸੇ ਨੇ ਉਸ ਗ੍ਰੰਥੀ ਸਿੰਘ ਨੂੰ ਅਰਦਾਸ ਭੇਟਾ ਦੇ ਦਿੱਤੀ। ਜਿਵੇਂ ਹੀ ਭਾਨੇ ਵੱਲੋਂ ਆਪਣੀ ਦਾਦੀ ਦੀ ਚਿਖਾ ਨੂੰ ਲਾਂਬੂ ਲਾਇਆ ਤਾਂ ਦੀਸ਼ ਕੌਰ ਤੇ ਮਹਿੰਦੀ ਦੀ ਹਾਲਤ ਦੇਖ ਕੇ ਉੱਥੇ ਮੌਜੂਦ ਹਰ ਕਿਸੇ ਦੀ ਅੱਖ ਵਿੱਚੋਂ ਹੰਝੂ ਡਿੱਗਣ ਲੱਗ ਪਏ। ਭਾਈ ਗ੍ਰੰਥੀ ਸਿੰਘ ਜੀ ਇੱਕ ਪਾਸੇ ਸਾਈਡ ਉੱਤੇ ਬੈਠ ਕੀਰਤਨ ਸੁਹੇਲੇ ਦਾ ਪਾਠ ਕਰ ਰਹੇ ਸਨ। ਸ਼ਮਸ਼ਾਨ ਘਾਟ ਵਿੱਚ ਲੱਗੇ ਹੋਏ ਨਲਕੇ ਤੋਂ ਸਾਰਿਆਂ ਨੇ ਵਾਰੋ-ਵਾਰੀ ਮੂੰਹ ਹੱਥ ਧੋਤਾ ਤੇ ਉੱਥੇ ਸਿੱਧੇ ਗੁਰਦੁਆਰਾ ਸਾਹਿਬ ਜਾ ਪਹੁੰਚੇ। ਭਾਈ ਸਾਹਿਬ ਨੇ ਪ੍ਰਸੰਨ ਕੌਰ ਦੇ ਨਿਯਮਿਤ ਅਰਦਾਸ ਕਰਨ ਤੋਂ ਬਾਅਦ ਸਾਰੀ ਸੰਗਤ ਨੂੰ ਹੁਕਮਨਾਮਾ ਸੁਣਾਇਆ। ਫਿਰ ਘਰ ਪਰਿਵਾਰ, ਰਿਸ਼ਤੇਦਾਰ, ਸੱਜਣ ਸਨੇਹੀਆਂ ਨੂੰ ਰੱਬ ਦਾ ਭਾਣਾ ਮੰਨਣ ਬਾਰੇ ਸਮਝਾਉਂਦਿਆਂ ਹੋਇਆਂ ਆਪਣੇ ਵਿਚਾਰ ਸੁਣਾਉਣ ਲੱਗ ਪਏ। ਇਹ ਕਿਹੋ ਜਿਹੀ ਵਿਧ ਬਣਾਈ ਹੈ ਉਸ ਸੱਚੇ ਪਾਤਸ਼ਾਹ ਨੇ। ਇਨਸਾਨ ਦੇ ਚੱਲਦੇ ਸਾਹ ਇੱਕ ਵਾਰ ਰੁਕ ਜਾਣ ਤਾਂ ਫਿਰ ਉਹ ਮਿੱਟੀ ਦੇ ਸਮਾਨ ਹੋ ਜਾਂਦਾ ਏ। ਉਸ ਇਨਸਾਨ ਦੇ ਆਪਣੇ ਹੀ ਉਸਦੇ ਮਿੱਟੀ ਰੂਪੀ ਸਰੀਰ ਨੂੰ ਵੱਖ-ਵੱਖ ਧਰਮਾਂ ਦੇ ਅਨੁਸਾਰ ਬਣਾਈਆਂ ਗਈਆਂ ਰਸਮਾਂ ਰਿਵਾਜਾਂ ਅਨੁਸਾਰ ਮਿੱਟੀ ਵਿੱਚ ਮਿਲਾ ਦਿੰਦੇ ਹਨ। ਇਸ ਆਖਰੀ ਕਿਰਿਆ ਤੋਂ ਬਾਅਦ ਇਨਸਾਨ ਕਿੱਥੇ ਜਾਂਦਾ ਹੈ, ਕਿਵੇਂ ਕੀ ਜਾਂਦਾ ਹੈ, ਉਸ ਨਾਲ ਕੀ ਕੀ ਵਾਪਰਦਾ ਹੈ, ਅੱਜ ਤੱਕ ਕਿਸੇ ਨੂੰ ਕੋਈ ਸਮਝ ਨਹੀਂ ਆਈ। ਇਹਨਾਂ ਰਮਜ਼ਾਂ ਦੇ ਭੇਦ ਦੀਨ ਦੁਨੀਆ ਦੇ ਮਾਲਿਕ ਨੇ ਸਿਰਫ ਆਪਣੇ ਕੋਲ ਹੀ ਲੁਕਾ ਕੇ ਰੱਖੇ ਹੋਏ ਹਨ। ਜਿਹੜਾ ਜੀਵ ਇੱਕ ਵਾਰ ਇਸ ਦੁਨੀਆ ਤੋਂ ਤੁਰ ਗਿਆ ਫਿਰ ਕਦੇ ਵੀ ਦੁਬਾਰਾ ਉਸ ਦੇ ਦਰਸ਼ਨ ਨਹੀਂ ਹੁੰਦੇ। ਇਸ ਤੋਂ ਉਪਰੰਤ ਭਾਈ ਜੀ ਨੇ ਸਾਰਿਆਂ ਨੂੰ ਕੜਾਹ ਪ੍ਰਸ਼ਾਦ ਦੀ ਦੇਗ ਵਰਤਾਈ। ਗੁਰਦੁਆਰਾ ਸਾਹਿਬ ਤੋਂ ਕਈ ਰਿਸ਼ਤੇਦਾਰਾਂ ਤੇ ਆਂਢੀ ਗੁਆਂਢੀ ਆਪੋ ਆਪਣੇ ਘਰਾਂ ਨੂੰ ਚਲੇ ਗਏ। ਬਹੁਤ ਖਾਸ ਰਿਸ਼ਤੇਦਾਰ ਹੀ ਸਨ ਜਿਹੜੇ ਕਿ ਦੁਬਾਰਾ ਭਾਨੇ ਦੇ ਘਰ ਨੂੰ ਜਾ ਰਹੇ ਸਨ। ਸ਼ਾਮ ਢਲ ਚੁੱਕੀ ਸੀ। ਲਵੀ ਤੇ ਲਵਦੀਪ ਦੋਵੇਂ ਜਾਣੀਆਂ ਆਪੋ ਆਪਣੇ ਘਰਾਂ ਨੂੰ ਵਾਪਸ ਮੁੜਨ ਲਈ ਕਾਹਲੀਆਂ ਪੈ ਰਹੀਆਂ ਸਨ, ਕਿਉਂਕਿ ਗਰਮੀ ਕਾਰਨ ਦੋਵਾਂ ਦੇ ਬੱਚਿਆਂ ਦਾ ਬੁਰਾ ਹਾਲ ਹੋਇਆ ਪਿਆ ਸੀ। ਪਰ ਦੀਸ਼ ਕੌਰ ਤੇ ਰਾਣੇ ਦੀ ਮਾਂ ਉੱਥੇ ਹੀ ਰੁਕ ਜਾਣਾ ਚਾਹੁੰਦੀਆਂ ਸਨ, ਇਸ ਲਈ ਉਹਨਾਂ ਨੇ ਨੂੰਹ ਪੁੱਤਾਂ ਨੂੰ ਕੱਲਿਆਂ ਨੂੰ ਹੀ ਘਰਾਂ ਨੂੰ ਭੇਜ ਦਿੱਤਾ ਸੀ। ਵੈਸੇ ਤਾਂ ਮਹਿੰਦੀ ਵੀ ਜੱਸੇ ਹੋਰਾਂ ਦੇ ਨਾਲ ਜਾਣਾ ਚਾਹੁੰਦੀ ਸੀ, ਪਰ ਆਪਣੀ ਮਾਂ ਦੀ ਹਾਲਤ ਵੇਖ ਕੇ ਉਹ ਨਾਨਕੇ ਪਿੰਡ ਹੀ ਰਹਿ ਪਈ। ਘਰਾਂ ਨੂੰ ਵਾਪਸ ਮੁੜਦਿਆਂ ਦੋਵਾਂ ਜੋੜੀਆਂ ਦੀ ਮਨੋਦਸ਼ਾ ਬਿਲਕੁਲ ਵੱਖੋ ਵੱਖ ਸੀ। ਇੱਕ ਪਾਸੇ ਰਾਣਾ ਲਵਲੀਨ ਤੇ ਤਰਲੇ ਮਾਰ ਰਿਹਾ ਸੀ ਕਿ ਅੱਜ ਦੀ ਰਾਤ ਲਵਲੀਨ ਆਪਣੇ ਸਹੁਰੇ ਘਰ ਹੀ ਰੁਕ ਸਕੇ, ਕਿਉਂਕਿ ਉਸ ਰਾਣੇ ਕੱਲੇ ਕੋਲੋਂ ਮੁੰਡੇ ਨੂੰ ਸੰਭਾਲਿਆ ਨਹੀਂ ਸੀ ਜਾਣਾ। ਕਾਫੀ ਜੱਦੋ-ਜਹਿਦ ਤੋਂ ਬਾਅਦ ਲਵਲੀਨ ਨੇ ਉਸ ਦਾ ਕਹਿਣਾ ਮੰਨ ਲਿਆ ਸੀ, ਪਰ ਸ਼ਰਤ ਇਹ ਰੱਖੀ ਕਿ ਰਾਣਾ ਖੁਦ ਇਸ ਬਾਰੇ ਉਸਦੇ ਮਾਸੀ ਮਾਸੜ ਨਾਲ ਗੱਲ ਕਰੇਗਾ। ਦੂਜੇ ਪਾਸੇ ਜੱਸਾ ਬਿਲਕੁਲ ਗੁੰਮਸੁੰਮ ਜਿਹਾ ਬੈਠਾ ਕਾਰ ਚਲਾਈ ਜਾ ਰਿਹਾ ਸੀ। ਲਵੀ ਨੇ ਕਈ ਕੁਝ ਬੋਲ ਕੇ ਉਸ ਨਾਲ ਗੱਲ ਕਰਨੀ ਚਾਹੀ, ਪਰ ਉਸਨੇ ਹੂੰ ਹਾਂ ਤੋਂ ਸਿਵਾਏ ਕੋਈ ਬਹੁਤਾ ਹੁੰਗਾਰਾ ਨਾ ਭਰਿਆ। ਘਰ ਪਹੁੰਚ ਕੇ ਵੀ ਜੱਸਾ ਨਹਾ ਕੇ ਚੁੱਪਚਾਪ ਲੰਮੇ ਪੈ ਗਿਆ। ਜੱਸੇ ਦੇ ਮਨਾ ਕਰਨ ਦੇ ਬਾਵਜੂਦ ਵੀ ਲਵੀ ਉਸ ਨੂੰ ਵਾਰ-ਵਾਰ ਰਾਤ ਦੀ ਰੋਟੀ ਖਾਣ ਲਈ ਕਹਿ ਰਹੀ ਸੀ। ਧੱਕੇਸ਼ਾਹੀ ਕਰਨ ਨਾਲ ਵੀ ਮਸਾਂ ਉਸ ਕੋਲੋਂ ਅੱਧੀ ਕੁ ਰੋਟੀ ਹੀ ਖਾਧੀ ਜਾ ਸਕੀ। ਬੀਬੀ ਦੇ ਜਾਣ ਦਾ ਦੁੱਖ ਤਾਂ ਬਹੁਤਾ, ਪਰ ਇਹ ਵੀ ਬੜੇ ਕਰਮਾਂ ਭਾਗਾਂ ਵਾਲੀ ਗੱਲ ਆ ਕਿ ਉਹ ਕਿੰਨੀ ਲੰਮੀ ਉਮਰ ਭੋਗ ਕੇ ਪੜਪੋਤਰੇ ਪੜਦੋਤੇ ਵਾਲੀ ਹੋਣ ਤੋਂ ਬਾਅਦ ਇਸ ਦੁਨੀਆ ਤੋਂ ਗਏ ਨੇ। ਇਹਨਾਂ ਕਹਿ ਕੇ ਲਵੀ ਸ਼ਾਇਦ ਆਪਣੇ ਘਰ ਵਾਲੇ ਦੇ ਦੁੱਖ ਨੂੰ ਘਟਾਉਣਾ ਚਾਹੁੰਦੀ ਸੀ। ਗੱਲ ਲੰਮੀ ਉਮਰ ਜਾਂ ਸੁੱਖ ਭੋਗ ਕੇ ਜਾਣ ਦੀ ਨਹੀਂ ਆ ਯਾਰ, ਦੁੱਖ ਤਾਂ ਇਸ ਗੱਲ ਦਾ ਕਿ ਜਿਹੜੀ ਆਪਣੇ ਪੁੱਤਾਂ ਤੇ ਜਵਾਈ ਨੂੰ ਆਪਣੇ ਹੱਥੀਂ ਇਸ ਜਹਾਨੋਂ ਤੋੜ ਕੇ ਨਾ ਟੁੱਟੀ। ਹੁਣ ਫਿਰ ਅਜਿਹੀ ਕੀ ਵਜ੍ਹਾ ਸੀ ਕਿ ਬੀਬੀ ਵਿਚਾਰੀ ਦੇ ਅੰਦਰੋਂ ਜਿਉਣ ਦੀ ਇੱਛਾ ਹੀ ਮੁੱਕ ਗਈ ਸੀ। ਕੋਈ ਨਾ ਕੋਈ ਭੇਦ ਤਾਂ ਜ਼ਰੂਰ ਸੀ ਜਿਹੜਾ ਉਹ ਆਪਣੇ ਦਿਲ 'ਚ ਹੀ ਲੈ ਕੇ ਤੁਰ ਗਈ। ਉਸ ਦਿਨ ਜਦੋਂ ਆਪਾਂ ਮਿਲਣ ਗਏ ਸੀ ਤਾਂ ਮੈਂ ਬੀਬੀ ਦੀਆਂ ਅੱਖਾਂ ਵਿਚਲੀ ਮਜਬੂਰੀ ਸਾਫ਼-ਸਾਫ਼ ਪੜ੍ਹ ਲਈ ਸੀ। ਜੱਸੇ ਵੱਲੋਂ ਢਿੱਲੀ ਜਿਹੀ ਆਵਾਜ਼ ਵਿੱਚ ਬੋਲੇ ਇਹ ਬੋਲ ਗਵਾਹੀ ਭਰ ਰਹੇ ਸਨ ਕਿ ਉਹ ਆਪਣੀ ਨਾਨੀ ਦੀ ਮੌਤ ਨੂੰ ਲੈ ਕੇ ਕਿੰਨੇ ਸੋਗ ਵਿੱਚ ਸੀ।
ਪਲੀਜ਼ ਐਵੇਂ ਨਾ ਦਿਲ ਹੌਲਾ ਕਰੋ। ਜਦੋਂ ਸਮਾਂ ਆ ਜਾਂਦਾ ਤਾਂ ਫਿਰ ਕੋਈ ਨਾ ਕੋਈ ਬਹਾਨਾ ਹੀ ਬਣਨਾ ਹੁੰਦਾ ਏ। ਬਾਕੀ ਨਾਨੀ ਨਾਨਾ ਤਾਂ ਹਰ ਇੱਕ ਨੂੰ ਬਹੁਤ ਪਿਆਰੇ ਹੁੰਦੇ ਨੇ, ਉਹਨਾਂ ਕੋਲੋਂ ਅਸੀਂ ਕਿੰਨਾ ਪਿਆਰ ਦੁਲਾਰ ਲਿਆ ਹੁੰਦਾ ਏ। ਬਚਪਨ ਦੀਆਂ ਕਈ ਪਿਆਰੀਆਂ ਯਾਦਾਂ ਸਾਡੇ ਦਿਲਾਂ ਵਿੱਚ ਧੁਰ ਅੰਦਰ ਤੱਕ ਵਸੀ ਜਾਂਦੀਆਂ ਨੇ। ਲਵੀ ਵੀ ਭਾਵੁਕ ਹੋ ਗਈ ਸੀ। ਨਾਨੇ ਨਾਲ ਤਾਂ ਬਹੁਤ ਘੱਟ ਸਮਾਂ ਗੁਜ਼ਾਰਿਆ ਸੀ। ਉਸਦੇ ਜਾਣ ਸਮੇਂ ਇੰਨੀ ਸਮਝ ਹੀ ਨਹੀਂ ਸੀ ਕਿ ਤੁਰ ਜਾਣ ਵਾਲਿਆਂ ਦਾ ਦੁੱਖ ਕਿਵੇਂ ਮਨਾਇਆ ਜਾਂਦਾ। ਬਸ ਕੁਝ ਕੁ ਖਾਸ ਯਾਦ ਆ, ਜਿਵੇਂ ਕਿ ਜਦੋਂ ਵੀ ਮੈਂ ਜ਼ਿਆਦਾ ਸ਼ੈਤਾਨੀ ਜਾਂ ਜਿੱਦ ਕਰਨੀ ਤਾਂ ਨਾਨਾ ਜੀ ਕਹਿੰਦੇ ਹੁੰਦੇ ਸਨ ਕਿ ਲਿਆਓ ਫੜਾਓ ਮੈਨੂੰ, ਮੈਂ ਸਾਬਣ ਨਾਲ ਚੰਗੀ ਤਰ੍ਹਾਂ ਧੋਵਾਂ ਇਹਨੂੰ। ਪਰ ਨਾਨੀ ਜੀ ਨੇ ਮੈਨੂੰ ਕਲਾਵੇ ਵਿੱਚ ਲੈ ਕੇ ਬਚਾ ਲੈਣਾ। ਇੱਕ ਹੋਰ ਪੱਕੀ ਆਦਤ ਸੀ ਉਹਨਾਂ ਦੀ, ਰੋਜ਼ਾਨਾ ਤੜਕੇ 2:30 ਵਜੇ ਉੱਠ ਜਾਣਾ ਤੇ ਨਹਾ ਧੋ ਕੇ ਉੱਚੀ ਆਵਾਜ਼ ਵਿੱਚ ਪੰਜਾਂ ਬਾਣੀਆਂ ਦਾ ਨਿਤਨੇਮ ਕਰਨਾ। ਧੰਨ ਹੁੰਦੇ ਨੇ ਉਹ ਲੋਕ ਜਿਨ੍ਹਾਂ ਨੂੰ ਗੁਰਬਾਣੀ ਨਾਲ ਇੰਨਾ ਪਿਆਰ ਹੁੰਦਾ ਏ। ਇੱਕ ਵਾਰੀ ਸਾਡੇ ਸਕੂਲ ਵਿੱਚ ਜ਼ੁਬਾਨੀ ਗੁਰਬਾਣੀ ਕੰਠ ਹੋਣ ਦੇ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਮੈਂ ਵੀ ਜਪਜੀ ਸਾਹਿਬ ਦਾ ਪਾਠ ਸੁਣਾ ਕੇ ਇਨਾਮ ਵਿੱਚ 20 ਰੁਪਏ ਪ੍ਰਾਪਤ ਕੀਤੇ। ਇਹੀ ਗੱਲ ਘਰੇ ਆ ਕੇ ਬੀਬੀ ਨੂੰ ਦੱਸ ਰਿਹਾ ਸੀ ਤਾਂ ਕੋਲ ਖੜੇ ਨਾਨਾ ਜੀ ਕਹਿਣ ਲੱਗੇ ਕਿ ਐਵੇਂ ਝੂਠ ਮਾਰੀ ਜਾਂਦਾ ਏ, ਇਹਨੂੰ ਕਹਿ ਮੈਨੂੰ 5 ਪੌੜੀਆਂ ਹੀ ਸੁਣਾ ਦੇਵੇ, ਮੈਂ 100 ਰੁਪਈਆ ਦੇਵਾਂਗਾ। ਬੀਬੀ ਨੇ ਉਸੇ ਵੇਲੇ ਮੈਨੂੰ ਮੂੰਹ ਹੱਥ ਧੋ ਕੇ ਆਉਣ ਨੂੰ ਕਿਹਾ। ਮੈਂ ਦੌੜ ਕੇ ਮੂੰਹ ਹੱਥ ਧੋ ਆਇਆ ਤੇ ਵਾਪਸ ਆਣ ਕੇ ਮੰਜੀ ਉੱਤੇ ਚੌਂਕੜੀ ਮਾਰ ਕੇ ਬੈਠ ਗਿਆ। ਪਹਿਲੀਆਂ 5 ਪੌੜੀਆਂ ਦਾ ਪਾਠ ਸੁਣਾਉਣ ਦੀ ਦੇਰ ਸੀ ਕਿ ਮੈਨੂੰ ਨਾਨਾ ਜੀ ਨੇ 100 ਰੁਪਈਆ ਇਨਾਮ ਵਿੱਚ ਦੇ ਦਿੱਤਾ। ਜੱਸੇ ਨੇ ਨਾਨੇ ਪਿੰਡ ਗੁਜ਼ਾਰੇ ਆਪਣੇ ਬਚਪਨ ਵੇਲੇ ਦੀਆਂ ਏਦਾਂ ਦੀਆਂ ਕਈ ਯਾਦਾਂ ਲਵੀ ਨੂੰ ਸੁਣਾ ਧਰੀਆਂ। ਉਸਨੇ ਵੀ ਕੋਈ ਰੋਕ ਟੋਕ ਨਾ ਕੀਤੀ। ਸ਼ਾਇਦ ਇਸ ਤਰ੍ਹਾਂ ਕੀਤੀਆਂ ਹੀ ਜੱਸੇ ਦੇ ਮਨ ਦਾ ਬੋਝ ਘਟ ਗਿਆ ਸੀ, ਤਾਂ ਹੀ ਉਸ ਨੂੰ ਨੀਂਦ ਆ ਗਈ ਸੀ। ਅਗਲੀ ਸਵੇਰ ਸਵਖਤੇ ਹੀ ਜੱਸਾ ਆਪਣੀ ਮਾਂ ਤੇ ਭੈਣ ਨੂੰ ਨਾਨਕੇ ਪਿੰਡ ਤੋਂ ਲੈ ਆਇਆ। ਲੈਣ ਤੋਂ ਮਹਿੰਦੀ ਨੂੰ ਹੀ ਗਿਆ ਸੀ, ਪਰ ਦੀਸ਼ ਕੌਰ ਨੇ ਵੀ ਮਿੰਟ ਲਾਇਆ ਕਾਰ ਵਿੱਚ ਬਹਿਣ ਲੱਗਿਆ। ਹਾਲਾਂਕਿ ਸੁਖਵੰਤ ਕੌਰ ਨੇ ਆਪਣੀ ਨਨਾਣ ਨੂੰ ਰੋਕਣ ਦੀ ਪੂਰੀ ਵਾਹ ਲਾ ਕੇ ਵੇਖ ਲਈ ਸੀ, ਪਰ ਦੀਸ਼ ਕੌਰ ਨੇ ਕਿਹਾ ਉਸਦੇ ਪਿੰਡ ਦੀ ਸ਼ਰੀਕੇ ਬਰਾਦਰੀ ਨੇ ਵੀ ਉਸਦੇ ਮੱਥੇ ਲੱਗਣਾ ਹੋਣਾ ਏ। ਇਹ ਵੇਖ ਕੇ ਜੱਸੇ ਨੂੰ ਬਹੁਤ ਹੈਰਾਨੀ ਹੋਈ, ਕਿਉਂਕਿ ਉਹ ਤਾਂ ਆਪਣੀ ਮਾਂ ਦਾ ਲੀੜਾ ਲੱਤਾ ਲੈ ਕੇ ਆਇਆ ਸੀ ਤਾਂ ਕਿ ਉਹ ਬੀਬੀ ਦੇ ਚੌਥੇ ਤੱਕ ਉੱਥੇ ਹੀ ਰਹਿ ਸਕੇ। ਜੱਸੇ ਦੇ ਪੁੱਛਣ ਉੱਤੇ ਉਹਨਾਂ ਦੋਵਾਂ ਨੇ ਕਿਹਾ ਕਿ ਘਰ ਜਾ ਕੇ ਕਰਦੇ ਆਂ ਗੱਲ ਇਸ ਬਾਰੇ। ਅਸਲ ਵਿੱਚ ਉਹਨਾਂ ਦੋਵਾਂ ਨੂੰ ਵੀ ਪ੍ਰਸੰਨ ਕੌਰ ਦੀ ਮੌਤ ਦੀ ਵਜ੍ਹਾ ਬਾਰੇ ਜੱਸੇ ਵਾਲਾ ਹੀ ਸ਼ੱਕ ਸੀ, ਜਿਸ ਦੀ ਪ੍ਰੇੜਤਾ ਦੀਸ਼ ਕੌਰ ਤੇ ਮਹਿੰਦੀ ਨੇ ਇਹ ਕਹਿ ਕੇ ਕੀਤੀ ਕਿ ਭਾਨੇ ਹੋਰਾਂ ਦੇ ਟੱਬਰ ਨੂੰ ਬੀਬੀ ਦੇ ਤੁਰ ਜਾਣ ਦਾ ਰੱਤੀ ਭਰ ਵੀ ਅਫਸੋਸ ਨਹੀਂ ਸੀ। ਨਹੀਂ ਤਾਂ ਜਿਹੜਾ ਇਨਸਾਨ ਹਰ ਮਹੀਨੇ 18,000 ਦੀ ਪੈਨਸ਼ਨ ਭਾਨੇ ਦੀ ਤਲੀ ਉੱਤੇ ਰੱਖਦਾ ਸੀ, ਇਸ ਪੈਸਿਆਂ ਵਾਲੇ ਘਾਟੇ ਕਰਕੇ ਹੀ ਔਖ ਤਾਂ ਮਹਿਸੂਸ ਸ਼ੋਅ ਕਰਨੀ ਬਣਦੀ ਸੀ। ਪਰ ਐਵੇਂ ਲੱਗ ਰਿਹਾ ਸੀ ਕਿ ਉਹਨਾਂ ਦੇ ਸਿਰੋਂ ਤਾਂ ਜਿਵੇਂ ਕੋਈ ਭਾਰ ਲੱਥ ਗਿਆ ਹੋਵੇ। ਇੱਥੋਂ ਤੱਕ ਕਿ ਜਗਰਾਜ ਨੇ ਵੀ ਪੜਦਾਦੀ ਬਾਰੇ ਕੋਈ ਗੱਲਬਾਤ ਨਹੀਂ ਸੀ ਮੂੰਹ ਕੱਢੀ। ਸਾਰਾ ਕੁਝ ਸੁਣਨ ਤੋਂ ਬਾਅਦ ਜੱਸੇ ਨੇ ਜਵਾਬ ਦਿੱਤਾ ਕਿ ਕੋਈ ਨਾ, ਕਿੰਨਾ ਕੋ ਚਿਰ ਓਲਾ ਰੱਖ ਲੈਣਗੇ, ਕਦੇ ਨਾ ਕਦੇ ਤਾਂ ਸਚਾਈ ਬਾਹਰ ਆਊਗੀ ਹੀ। ਬੀਬੀ ਦੇ ਫੁੱਲ ਅਸਤੀਆਂ ਚੁਗਣ ਵਾਲੇ ਚੌਥੇ ਵਾਲੇ ਦਿਨ ਜੱਸੇ ਹੋਰੀ ਸਾਰਾ ਟੱਬਰ ਪੂਰੇ ਟਾਈਮ ਦੇ ਟਾਈਮ ਹੀ ਨਾਨਕੇ ਪਿੰਡ ਪਹੁੰਚੇ। ਭਾਨੇ ਦੀ ਮਾਂ ਵੱਲੋਂ ਵਾਰ-ਵਾਰ ਫੋਨ ਕਰਕੇ ਛੇਤੀ ਆਉਣ ਵੱਲੋਂ ਕਹਿਣ ਦੇ ਬਾਵਜੂਦ ਵੀ ਉਹ ਜਾਣ ਬੁੱਝ ਕੇ ਲੇਟ ਪਹੁੰਚੇ ਸਨ। ਮਹਿੰਦੀ ਇਸ ਗੱਲ ਦਾ ਰੋਸਾ ਜ਼ਾਹਿਰ ਕਰ ਰਹੀ ਸੀ, ਪਰ ਜੱਸਾ ਤੇ ਦੀਸ਼ ਕੌਰ ਚੰਗੀ ਤਰ੍ਹਾਂ ਜਾਣਦੇ ਸਨ ਕਿ ਅੱਜ ਵੀ ਪ੍ਰਸੰਨ ਕੌਰ ਨਾਲ ਕੁਝ ਨਾ ਕੁਝ ਗਲਤੀ ਹੋਣਾ ਸੀ। ਨਾਨਕੇ ਘਰ ਵਿੱਚ ਬਸ ਜੱਸੇ ਹੋਰਾਂ ਹੀ ਉਡੀਕ ਹੋ ਰਹੀ ਸੀ। ਬਾਕੀਆਂ ਦੇ ਨਾਲ ਹੀ ਉਹ ਵੀ ਸ਼ਮਸ਼ਾਨ ਘਾਟ ਵੱਲ ਨੂੰ ਤੁਰ ਪਏ। ਅੱਜ ਵੀ ਲਵਲੀਨ ਆਈ ਹੋਈ ਸੀ ਤੇ ਲਵੀ ਉਸ ਦੇ ਕੋਲ ਘਰੇ ਹੀ ਰੁਕ ਗਈ। ਪ੍ਰਸੰਨ ਕੌਰ ਦੇ ਪੇਕਿਆਂ ਤੋਂ ਭਰਾ ਭਰਜਾਈ ਹੋਰਾਂ ਦੇ ਨਾਲ 2-4 ਜਾਣੇ ਹੋਰ ਸਿੱਧੇ ਹੀ ਸ਼ਮਸ਼ਾਨ ਘਾਟ ਵਿੱਚ ਪਹੁੰਚੇ ਹੋਏ ਸਨ। ਜੱਸਾ, ਰਾਣਾ, ਭਾਨਾ, ਸਵੀਟੀ, ਮਹਿੰਦੀ, ਦੀਸ਼ ਕੌਰ, ਭਾਨੇ ਅਤੇ ਰਾਣੇ ਦੀ ਮਾਂ ਤੋਂ ਇਲਾਵਾ ਹੋਰ ਵੀ ਰਿਸ਼ਤੇਦਾਰ ਰਾਖ ਵਿੱਚੋਂ ਫਰੋਲ ਕੇ ਪ੍ਰਸੰਨ ਕੌਰ ਦੇ ਫੁੱਲ ਫੜ ਕੇ ਇੱਕ ਪਰਾਤ ਵਿੱਚ ਪਾਈ ਜਾ ਰਹੇ ਸਨ, ਜਿਸ ਵਿੱਚ ਕੱਚੀ ਲੱਸੀ ਪਾਈ ਹੋਈ ਸੀ। ਇਹ ਕੰਮ ਕਰ ਰਹੇ ਸਾਰੇ ਜੀਆਂ ਹੀ ਲਗਭਗ ਅੱਖਾਂ ਭਰ ਰਹੇ ਸਨ। ਪਰ ਇੱਥੇ ਵੀ ਦੀਸ਼ ਕੌਰ ਤੇ ਮਹਿੰਦੀ ਦੋਵੇਂ ਜਾਣੀਆਂ ਬੀਬੀ ਦਾ ਕੜਾ ਅਤੇ ਛੋਟੀ ਕਿਰਪਾਨ ਹੱਥ ਵਿੱਚ ਫੜ ਸੁਮਕੇ ਮਾਰ ਰੋ ਰਹੀਆਂ ਸਨ।
ਫਿਰ ਸਾਰੇ ਫੁੱਲ ਇੱਕ ਚਿੱਟੇ ਰੰਗ ਦੀ ਗੁਥਲੀ ਵਿੱਚ ਪਾ ਲਏ ਗਏ ਤੇ ਰਾਖ ਇਕੱਠੀ ਕਰਕੇ ਇੱਕ ਬੋਰੀ ਵਿੱਚ ਪਾ ਲਈ ਗਈ। ਜੱਸੇ ਦੇ ਮਾਮੇ ਮਹਿੰਦਰ ਸਿੰਘ ਵੱਲੋਂ ਵਰਜਣ ਦੇ ਬਾਵਜੂਦ ਵੀ ਜਨਾਨੀਆਂ ਵੱਲੋਂ ਪੁਰਾਣੇ ਸਮੇਂ ਤੋਂ ਚੱਲੀਆਂ ਆ ਰਹੀਆਂ ਕੁਝ ਰੀਤਾਂ ਰਿਵਾਜਾਂ ਨੂੰ ਵੀ ਧੱਕੇ ਨਾਲ ਹੀ ਨਿਭਾਇਆ ਗਿਆ। ਪ੍ਰਸੰਨ ਕੌਰ ਦੇ ਪਰਿਵਾਰ ਨਾਲ ਸੰਬੰਧਿਤ ਇੱਕ ਰੀਤ ਇਹ ਵੀ ਸੀ ਕਿ ਪੁਰਾਣੇ ਹੋਣ ਵਾਲੇ ਵਿਅਕਤੀ ਦੇ ਫੁੱਲ ਕਿਸੇ ਸੇਫ ਜਗ੍ਹਾ ਉੱਤੇ ਮਿੱਟੀ ਵਿੱਚ ਦੱਬ ਕੇ ਰੱਖ ਲਏ ਜਾਂਦੇ ਸੀ ਤੇ ਫਿਰ ਭੋਗ ਪੈਣ ਤੋਂ ਬਾਅਦ ਸ਼੍ਰੀ ਕੀਰਤਪੁਰ ਸਾਹਿਬ, ਸ਼੍ਰੀ ਆਨੰਦਪੁਰ ਸਾਹਿਬ ਵਿਖੇ ਜਾ ਕੇ ਪਾਣੀ ਵਿੱਚ ਤਾਰ ਦਿੱਤੇ ਜਾਂਦੇ ਸਨ। ਦੀਸ਼ ਕੌਰ ਦੇ ਟੱਬਰ ਨੂੰ ਇਹੀ ਸੀ ਕਿ ਪ੍ਰਸੰਨ ਕੌਰ ਵਾਰੀ ਵੀ ਇਸੇ ਤਰ੍ਹਾਂ ਹੀ ਕੀਤਾ ਜਾਣਾ ਏ, ਪਰ ਭਾਨੇ ਤੇ ਸਵੀਟੀ ਨੇ ਇਹ ਸਲਾਹ ਬਣਾਈ ਸੀ ਕਿ ਪ੍ਰਸੰਨ ਕੌਰ ਦੇ ਫੁੱਲ ਅੱਜ ਹੀ ਪਿੰਡ ਤੋਂ ਨੇੜੇ ਪੈਂਦੇ ਇੱਕ ਸ਼ਹਿਰ ਨਾਲ ਲੱਗਦੀ ਸੱਕੀ ਦਰਿਆ ਵਿੱਚ ਤਾਰ ਦਿੱਤੇ ਜਾਣ। ਇਹ ਗੱਲ ਦਾ ਜੱਸੇ ਦੇ ਟੱਬਰ ਤੋਂ ਬਿਨਾਂ ਬਾਕੀ ਸਾਰਿਆਂ ਨੂੰ ਹੀ ਪਤਾ ਸੀ। ਇਸੇ ਕਰਕੇ ਤਾਂ ਭਾਨਾ ਤੇ ਰਾਣਾ ਆਪੋ ਆਪਣੀ ਕਾਰ ਸ਼ਮਸ਼ਾਨ ਘਾਟ ਨੇੜੇ ਹੀ ਲਿਆ ਕੇ ਖੜੀਆਂ ਕੀਤੀਆਂ ਹੋਈਆਂ ਸਨ। ਜੱਸੇ ਤੇ ਮਹਿੰਦੀ ਨੇ ਆਪਣੀ ਮਾਂ ਦੀਸ਼ ਕੌਰ ਨੂੰ ਆਪਣੇ ਘਰੇ ਹੀ ਇਹ ਗੱਲ ਸਮਝਾ ਲਈ ਸੀ ਕਿ ਨਾਨਕੇ ਪਿੰਡ ਵਿੱਚ ਭਾਨੇ ਹੋਰੀ ਜੋ ਮਰਜ਼ੀ ਕਰਨ, ਪਰ ਉਹਨਾਂ ਦੇ ਟੱਬਰ ਚੋਂ ਕਿਸੇ ਨੇ ਵਿਰੋਧ ਵਿੱਚ ਕੁਝ ਵੀ ਨਹੀਂ ਬੋਲਣਾ। ਫਿਰ ਵੀ ਸੁਖਵੰਤ ਕੌਰ ਭਾਨੇ ਦੀ ਮਾਂ ਨੇ ਜਿਵੇਂ ਹੀ ਦੀਸ਼ ਕੌਰ ਨੂੰ ਨਾਲ ਲਿਜਾਣ ਲਈ ਕਾਰ ਵਿੱਚ ਬੈਠਣ ਲਈ ਕਿਹਾ ਤਾਂ ਉਸਨੇ ਖਿੱਝ ਵਿੱਚ ਨਾ ਕਰਦਿਆਂ ਆਪਣਾ ਰੋਸਾ ਜ਼ਾਹਰ ਕਰ ਦਿੱਤਾ। ਫਿਰ ਛੋਟੀ ਮਾਮੀ ਨੇ ਵੀ ਆਪਣੀ ਨਨਾਣ ਦਾ ਤਰਲਾ ਮਾਰਿਆ ਕਿ ਉਹ ਆਪਣੀ ਮਾਂ ਦੇ ਆਖਰੀ ਸਫ਼ਰ 'ਚ ਨਾਲ ਜਾਣ ਤੋਂ ਨਾ ਕਰੇ, ਪਰ ਦੀਸ਼ ਕੌਰ ਆਪਣੀ ਜਿੱਦ ਉੱਤੇ ਅੜੀ ਰਹੀ। ਮਾਂ ਦਾ ਇਹ ਰਵੱਈਆ ਵੇਖ ਕੇ ਜੱਸਾ ਤੇ ਮਹਿੰਦੀ ਚੁੱਪਚਾਪ ਭਾਨੇ ਦੀ ਨਵੀਂ ਕਾਰ ਵਿੱਚ ਬੈਠ ਗਏ। ਇਹ ਵੀ ਅਜੀਬ ਇਤਫਾਕ ਸੀ ਕਿ ਜਿਉਂਦੇ ਜੀ ਜਿਸ ਕਾਰ ਵਿੱਚ ਪ੍ਰਸੰਨ ਕੌਰ ਨੂੰ ਬੈਠਣਾ ਨਸੀਬ ਨਹੀਂ ਸੀ ਹੋਇਆ, ਅੱਜ ਉਸੇ ਕਾਰ ਵਿੱਚ ਉਸਦਾ ਪਹਿਲਾ ਸਫ਼ਰ ਕਿਹੜੇ ਹਾਲਾਤਾਂ ਵਿੱਚ ਹੋ ਰਿਹਾ ਸੀ। ਭਾਨਾ ਕਾਰ ਨੂੰ ਚਲਾ ਰਿਹਾ ਸੀ ਤੇ ਨਾਲ ਵਾਲੀ ਸੀਟ ਉੱਤੇ ਜੱਸਾ ਆਪਣੀ ਨਾਨੀ ਦੇ ਫੁੱਲ ਹੱਥ ਵਿੱਚ ਫੜੀ ਬੈਠਾ ਹੋਇਆ ਸੀ। ਪਿਛਲੀ ਸੀਟ ਉੱਤੇ ਸਵੀਟੀ, ਜਗਰਾਜ ਤੇ ਮਹਿੰਦੀ ਬੈਠੇ ਹੋਏ ਸਨ। ਪਿੱਛੇ ਆ ਰਹੀ ਦੂਜੀ ਕਾਰ ਵਿੱਚ ਰਾਣਾ, ਮਹਿੰਦਰ ਸਿੰਘ, ਰਾਣੇ ਦੀ ਮਾਂ ਤੇ ਭਾਨੇ ਦੀ ਮਾਂ ਬੈਠੇ ਹੋਏ ਸਨ। ਉਸ ਕਾਰ ਦੀ ਡਿੱਗੀ ਵਿੱਚ ਰਾਖ ਰੱਖੀ ਹੋਈ ਸੀ, ਜਿਸ ਨੂੰ ਰਾਸਤੇ ਵਿੱਚ ਆਏ ਇੱਕ ਨਕਾਸੂ ਛੋਟੀ ਨਹਿਰ ਵਿੱਚ ਰੋੜ ਦਿੱਤਾ ਗਿਆ। ਭਾਨੇ ਤੇ ਸਵੀਟੀ ਵਾਰ-ਵਾਰ ਕਈ ਤਰ੍ਹਾਂ ਦੀਆਂ ਗੱਲਾਂ ਕਹਿ ਸੁਣਾ ਰਹੇ ਸਨ, ਪਰ ਜੱਸੇ ਤੇ ਮਹਿੰਦੀ ਕੋਈ ਬਹੁਤਾ ਹੁੰਗਾਰਾ ਨਹੀਂ ਸਨ ਭਰ ਰਹੇ। ਕਾਰਨ ਸਾਫ਼ ਸੀ, ਉਹ ਦੋਵੇਂ ਵੀ ਆਪਣੀ ਮਾਂ ਵਾਂਗ ਹੀ ਨਾਨੀ ਦੇ ਫੁੱਲ ਸ਼੍ਰੀ ਕੀਰਤਪੁਰ ਸਾਹਿਬ ਵਿਖੇ ਤਾਰ ਕੇ ਆਉਣਾ ਚਾਹੁੰਦੇ ਸਨ। ਫਿਰ ਵੀ ਮਾਂ ਨਾਲ ਕੀਤੇ ਵਾਅਦੇ ਨੂੰ ਨਿਭਾਉਣ ਖਾਤਰ ਉਹ ਭਾਨੇ ਹੋਰਾਂ ਨਾਲ ਆਉਣ ਲਈ ਮਜਬੂਰ ਹੋ ਗਏ ਸਨ। ਗੱਲਾਂ ਵਿੱਚ ਭਾਨੇ ਤੇ ਸਵੀਟੀ ਨੇ ਫੁੱਲ ਸੱਕੀ ਵਿੱਚ ਤਾਰਨ ਵਾਲੀ ਸਕੀਮ ਵੀ ਆਪਣੇ ਤਾਏ ਮਹਿੰਦਰ ਸਿੰਘ ਦੇ ਸਿਰ ਮੜ ਦਿੱਤੀ ਗਈ, ਕਿਉਂਕਿ ਉਹ ਦੋਵੇਂ ਇਹ ਚੰਗੀ ਤਰ੍ਹਾਂ ਜਾਣਦੇ ਸਨ ਕਿ ਭਾਨਾ ਤੇ ਮਹਿੰਦੀ ਵੀ ਆਪਣੀ ਮਾਂ ਵਾਂਗ ਹੀ ਮਹਿੰਦਰ ਸਿੰਘ ਦੀ ਦਿਲੋਂ ਇੱਜ਼ਤ ਕਰਦੇ ਸਨ। ਇਸ ਕਹਾਣੀ ਦਾ ਅਗਲਾ ਭਾਗ ਤੁਹਾਡੇ ਲਈ ਕੱਲ ਨੂੰ ਪੇਸ਼ ਕੀਤਾ ਜਾਵੇਗਾ। ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰ ਦਵੋ ਅਤੇ ਇੱਕ ਵਧੀਆ ਜਿਹਾ ਕਮੈਂਟ ਕਰਕੇ ਜ਼ਰੂਰ ਦੱਸੋ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ। ਤੁਹਾਡਾ ਕੀਮਤੀ ਸਮਾਂ ਦੇਣ ਲਈ ਬਹੁਤ-ਬਹੁਤ ਧੰਨਵਾਦ।